ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਖਾਸ ਕਰ ਜਮਨਾ ਪਾਰ ਦੀਆਂ ਸਾਰੀਆਂ ਸੰਗਤਾਂ ਲਈ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਨੇ ਜੀ ਜਿਹੜਾ ਇਹ ਸੋਹਣਾ ਸਭ ਤੋਂ ਸੋਹਣਾ ਉਪਰਾਲਾ ਸੁਹਿਰਦ ਉਪਰਾਲਾ ਕੀਤਾ ਕਿ ਲਾਕਡਾਊਨ ਦੇ ਵਿੱਚ ਵੀ ਜਿੱਥੇ ਸਾਰੀ ਸੰਗਤਾਂ ਘਰਾਂ ਵਿੱਚ ਬੈਠੀਆਂ ਨੇ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਲਾਹਾ ਲੈ ਸਕਦੇ ਨੇ, ਉਹਨਾਂ ਦੇ ਜੀਵਨ ਦਾ ਲਾਹਾ ਲੈ ਸਕਦੇ ਨੇ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੀਵਨ, ਉਹਨਾਂ ਦੀ ਸ਼ਖਸੀਅਤ ਆਪ ਜੀ ਨੇ ਬਹੁਤ ਸਾਰੇ ਵਿਦਵਾਨਾਂ ਤੋਂ ਸਰਵਣ ਕੀਤੀ ਹੈ। ਜਿਸ ਤਰ੍ਹਾਂ ਡਾਕਟਰ ਪਰਮਵੀਰ ਸਿੰਘ ਤੋਂ ਆਪ ਜੀ ਨੇ, ਡਾਕਟਰ ਸਰਵਜਿੰਦਰ ਸਿੰਘ ਜੀ ਤੋਂ ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਸ਼ਖਸੀਅਤ, ਉਹਨਾਂ ਦਾ ਜੀਵਨ ਸਰਵਣ ਕੀਤਾ ਹੈ। ਸੋ ਅੱਜ ਆਪ ਸੰਗਤਾਂ ਦੇ ਸਨਮੁਖ ਮੈਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ, ਉਹਨਾਂ ਦੀ ਖਾਸ ਕਰਕੇ ਜਿਹੜੀ 15 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਹੈ, ਉਹ ਬਾਣੀ ਦੇ ਬਾਬਤ ਆਪ ਸੰਗਤਾਂ ਦੇ ਸਨਮੁਖ ਵਿਚਾਰ ਸਾਂਝੀਆਂ ਕਰਨ ਵਾਸਤੇ ਪਹੁੰਚਿਆ। ਇੱਕ ਵਾਰ ਇਹ ਸਾਰੇ ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੀ 15 ਰਾਗਾਂ ਦੇ ਵਿੱਚ ਹੈ, ਉਹ ਬਾਣੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਕੀਤੀ ਹੈ। ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜੀ ਇਸ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੀ ਬੀੜ ਸੰਪਾਦਨ ਕੀਤੀ ਸੀ, ਜਿਹਦਾ ਪ੍ਰਕਾਸ਼ 1607 ਈਸਵੀ ਦੇ ਵਿੱਚ ਦਰਬਾਰ ਸਾਹਿਬ ਦੀ ਪਾਵਨ ਧਰਤੀ ਤੇ ਕਰਾਇਆ ਸੀ, ਉਸ ਬੀੜ ਸਾਹਿਬ ਦੇ ਵਿੱਚ ਸਤਿਗੁਰੂ ਜੀ ਦੇ ਦਰਜ ਕੀਤੇ ਹੋਏ 30 ਰਾਗ ਸਨ, ਜਿਹਦੇ ਵਿੱਚ 19 ਰਾਗਾਂ ਦੇ ਵਿੱਚ ਬਾਣੀ ਧੰਨ ਗੁਰੂ ਨਾਨਕ ਸਾਹਿਬ ਦੀ, 17 ਰਾਗਾਂ ਗੁਰੂ ਦੇ ਵਿੱਚ ਗੁਰੂ ਅਮਰਦਾਸ ਜੀ ਦੀ, ਤੇ 30 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ ਦੀ। ਤੇ ਇੱਕ ਰਾਗ ਜਿਹੜਾ ਐਕਸਟਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰਤਿਆ, ਉਹ ਹੈ ਜੈਜਾਵੰਤੀ ਰਾਗ। ਔਰ ਜਿਸ ਰਾਗ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਰਜ ਕੀਤਾ। ਜੇ ਤੁਹਾਨੂੰ ਆਵਾਜ਼ ਕਲੀਅਰ ਨਹੀਂ ਹੋਏਗੀ, ਵੀਡੀਓ ਨਹੀਂ ਹੋਏਗੀ, ਤੇ ਪਲੀਜ਼ ਤੁਸੀਂ ਵਿੱਚੇ ਦੱਸ ਦੇਣਾ ਜੀ। ਆਸ ਹੈ ਮੈਨੂੰ ਸਾਰਾ ਕੁਝ ਠੀਕ ਚੱਲ ਰਿਹਾ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ 15 ਰਾਗ ਜਿਹੜੇ ਵਰਤੇ ਨੇ, ਉਹਦੇ ਵਿੱਚ ਸਤਿਗੁਰੂ ਜੀ ਦੇ 57 ਸ਼ਬਦ ਨੇ, 57 ਸੌਰੀ 59 ਸ਼ਬਦ ਨੇ, ਜਿਨ੍ਹਾਂ ਨੂੰ ਅਸੀਂ 59 ਸ਼ਬਦ ਕਹਿੰਦੇ ਹਾਂ 15 ਰਾਗਾਂ ਦੇ ਵਿੱਚ। ਔਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਲਕੁਲ ਜਿੱਥੇ ਅਸੀਂ ਸਮਾਪਤੀ ਪੜ੍ਹਦੇ ਹਾਂ, ਮੁੰਦਾਵਣੀ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 57 ਸ਼ਲੋਕ ਨੇ। ਇਹਨਾਂ ਸ਼ਬਦਾਂ ਤੇ ਸ਼ਲੋਕਾਂ ਬਾਰੇ ਅਸੀਂ ਪੰਛੀ ਝਾਤ ਮਾਰੀਏ ਕਿ ਇਹ ਸ਼ਬਦ ਤੇ ਸ਼ਲੋਕ ਹੈ ਕੀ, ਤੇ ਫਿਰ ਉਸ ਤੋਂ ਬਾਅਦ ਅਸੀਂ ਵਿਸਥਾਰ ਦੇ ਵਿੱਚ ਪੈਂਦੇ ਹਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੌੜੀ ਰਾਗ ਤੋਂ ਸ਼ੁਰੂ ਕਰਦੇ ਨੇ। ਉਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਜਿਸ ਵੇਲੇ ਕੀਤੀ ਗਈ, ਉਸ ਵੇਲੇ ਸ੍ਰੀ ਰਾਗ ਪਹਿਲਾ ਰਾਗ ਸੀ। ਸ੍ਰੀ ਰਾਗ ਪਹਿਲਾ ਪਾਇਆ ਗਿਆ ਗੁਰੂ ਅਰਜਨ ਸਾਹਿਬ ਜੀ ਵੱਲੋਂ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ੍ਰੀ ਰਾਗ 'ਚ ਨਹੀਂ ਹੈ। ਗੁਰੂ ਸਾਹਿਬ ਜੀ ਦੀ ਬਾਣੀ ਗੌੜੀ ਤੋਂ ਸ਼ੁਰੂ ਹੁੰਦੀ ਹੈ। ਪਹਿਲਾ ਸ਼ਬਦ ਹੈ ਗੌੜੀ ਮਹੱਲਾ ਨਾਮਾ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਿਸ ਭਾਗੋ। ਔਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੈਜਾਵੰਤੀ ਰਾਗ ਦੇ ਵਿੱਚ ਜਿਹੜਾ ਤਕਰੀਬਨ 1309 ਅੰਗ ਤੇ ਸੁਸ਼ੋਭਿਤ ਹੈ, ਸਤਿਗੁਰ ਜੀ ਦਾ ਉਹ ਸ਼ਬਦ ਹੈ ਜੈਤਸਰੀ ਮਹੱਲਾ ਨੌਵਾਂ ਦਾ ਕਿ ਬੀਤ ਜਹ ਜਨਮ ਅਕਾਜਰੇ, ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿਰੇ ਅਜਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜਹ ਭਾਜਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਜਿੱਥੋਂ ਸਤਿਗੁਰੂ ਜੀ ਨੇ ਪਹਿਲਾ ਸ਼ਬਦ ਸ਼ੁਰੂ ਕੀਤਾ, ਸਾਧੋ ਮਨ ਕਾ ਮਾਨ ਤਿਆਗੋ, ਕਿ ਸਾਨੂੰ ਸਾਧ ਜਨਾਂ ਨੂੰ, ਬੰਦਗੀ ਕਰਨ ਵਾਲਿਆਂ ਨੂੰ ਸਤਿਗੁਰੂ ਜੀ ਨੇ ਆਪਣਾ ਮਾਨ ਤਿਆਗਣ ਦਾ ਉਪਦੇਸ਼ ਦਿੱਤਾ ਕਿ ਆਪਣੇ ਮਾਨ ਨੂੰ ਤਿਆਗੋਗੇ ਤੇ ਪਾਰਬ੍ਰਹਮ ਪਰਮੇਸ਼ਵਰ ਦਾ ਨਾਮ ਹਿਰਦੇ ਵਿੱਚ ਵਸੇਗਾ। ਜੇ ਇਹ ਮਾਨ ਤਿਆਗਿਆ ਨਹੀਂ ਗਿਆ, ਹਉਮੈ ਤਿਆਗੀ ਨਹੀਂ ਗਈ, ਫਿਰ ਨਾਮ ਹਿਰਦੇ ਵਿੱਚ ਨਹੀਂ ਵਸੇਗਾ। ਨਾਮ ਹਿਰਦੇ ਵਿੱਚ ਤਾਂ ਵਸੇਗਾ ਜੇ ਆਪਣੇ ਮਨ ਦਾ ਮਾਨ ਤਿਆਗਿਆ ਜਾਏਗਾ। ਉਸ ਤੋਂ ਬਾਅਦ ਕਮਾਲ ਦੀ ਗੱਲ ਇਹ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 59 ਸ਼ਬਦਾਂ ਦੇ ਵਿੱਚੋਂ ਆਖਰੀ ਸ਼ਬਦ ਜੈਜੈਵੰਤੀ ਰਾਗ ਦਾ, ਉਹਦੀ ਆਖਰੀ ਜਿਹੜੀ ਤੁਕ ਹੈ, ਉਹ ਵੀ ਸਤਿਗੁਰੂ ਜੀ ਇਹ ਐਮਫੈਸਿਸ ਕਰ ਰਿਹਾ ਕਿ ਰਾਮ ਭਗਤ ਹੀਏ ਆਨ, ਛਾੜ ਦੇ ਤੈ ਮਨ ਕੋ ਮਾਨ। ਪਹਿਲਾ ਸ਼ਬਦ ਹੈ ਸਾਧੂ ਮਨ ਕਾ ਮਾਨ ਤਿਆਗੋ, ਔਰ ਆਖਰੀ ਸ਼ਬਦ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੈਜਾਵੰਤੀ 'ਚ ਛਾੜ ਦੇ ਤੈ ਮਨ ਕੋ ਮਾਨ, ਕਿ ਗੁਰੂ ਸਾਹਿਬ ਨੇ ਪੂਰੀ ਬਾਣੀ 'ਚ ਇਹ ਐਮਫੈਸਿਸ ਕੀਤਾ ਕਿ ਆਪਣੇ ਮਨ ਦਾ ਮਾਨ ਤੂੰ ਤਿਆਗ, ਤੂੰ ਬਾਰ-ਬਾਰ ਤਿਆਗ। ਔਰ ਜਿਹੜਾ ਪਹਿਲਾ ਸ਼ਬਦ ਹੈ ਤੇ ਜਿਹੜਾ ਆਖਰੀ ਸ਼ਲੋਕ ਹੈ,
ਉਹਦੇ ਵਿੱਚ ਇੱਕ ਬਹੁਤ ਖੂਬਸੂਰਤ ਇਹ ਲੜੀ ਬਣਦੀ ਹੈ ਕਿ ਜੇ ਤੁਸੀਂ ਆਪਣੇ ਮਨ ਦਾ ਮਾਨ ਤਿਆਗੋਗੇ ਤੇ ਫਿਰ ਇੱਕ ਚੀਜ਼ ਤੁਹਾਡੇ ਹਿਰਦੇ ਵਿੱਚ ਵਸੇਗੀ। ਮਾਨ ਨੂੰ ਤਿਆਗਣਾ ਹੈ ਤੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਸਾਉਣਾ ਹੈ। ਪਹਿਲਾ ਸ਼ਬਦ ਸਾਧੋ ਮਨ ਕਾ ਮਾਨ ਤਿਆਗੋ, ਔਰ 57 ਸ਼ਲੋਕ ਦੇ ਵਿੱਚੋਂ ਆਖਰੀ ਸ਼ਲੋਕ ਰਾਮ ਨਾਮ ਉਰਮੈ ਗਏ ਹੋ ਜਾ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਇਹ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਣੀ ਦੀ ਪੰਛੀ ਝਾਤ। ਆਓ ਜੀ ਹੁਣ ਵਿਸਥਾਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਰਾਗਾਂ ਦੇ ਤੇ ਸਤਿਗੁਰ ਜੀ ਦੀ ਬਾਣੀ ਦੇ ਦੀਦਾਰ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 15 ਰਾਗਾਂ ਦੇ ਵਿੱਚ ਬਾਣੀ ਦਰਜ ਕੀਤੀ ਹੈ, ਜਿਹੜੀ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਬੂ ਕੀ ਤਲਵੰਡੀ ਵਿਖੇ, ਜਿਹਨੂੰ ਅੱਜ ਅਸੀਂ ਸਤਿਗੁਰ ਜੀ ਦਾ ਤਖਤ ਮੰਨਦੇ ਹਾਂ, ਤਖਤ ਰੂਪੀ ਅਸੀਂ ਨਤਮਸਤਕ ਹੁੰਦੇ ਹਾਂ, ਸਾਬੂ ਕੀ ਤਲਵੰਡੀ ਦਮਦਮਾ ਸਾਹਿਬ, ਉੱਥੇ ਬੀੜ ਸੰਪੂਰਨ ਕਰਵਾਈ, ਜਿਹੜੀ ਦਮਦਮੀ ਸਰੂਪ ਹੈ, ਉਹਦੇ ਵਿੱਚ ਸਤਿਗੁਰ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪਾਈ ਹੈ। ਗੌੜੀ ਆਸਾ ਦੇਵ ਗੰਧਾਰੀ ਬਿਹਾਗੜਾ ਸੋਰਠ ਤਨਾਸਰੀ ਜੈਤਸਰੀ ਟੋਡੀ ਤਿਲੰਗ ਬਿਲਾਵਲ ਰਾਮਕਲੀ ਮਾਰੂ ਬਸੰਤ ਹਿੰਡੋਲ, ਇਸ ਤੋਂ ਅਲਾਈਦਾ ਸਾਰੰਗ ਤੇ ਜੈਜੈਵੰਤੀ। ਇਹ 15 ਰਾਗ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਨੇ। ਔਰ ਕਮਾਲ ਦੀ ਗੱਲ ਇਹ ਹੈ ਕਿ ਜਦ ਅਸੀਂ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਧਿਐਨ ਕਰਦੇ ਹਾਂ ਤੇ ਇਹ ਗੱਲ ਕਮਾਲ ਦੀ ਲਿਖਣ ਨੂੰ ਮਿਲਦੀ ਹੈ, ਪੜ੍ਹਨ ਨੂੰ ਮਿਲਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 21 ਸ਼ਬਦ, 59 ਸ਼ਬਦਾਂ ਵਿੱਚੋਂ 21 ਸ਼ਬਦ ਸਤਿਗੁਰ ਜੀ ਦੇ ਗੌੜੀ ਤੇ ਸੋਰਠ ਰਾਗ ਦੇ ਵਿੱਚ ਨੇ। ਇਹ ਹੁਣ ਥੋੜਾ ਜਿਹਾ ਵਿਚਾਰ ਦਾ ਵਿਸ਼ਾ ਹੈ, ਇਹ ਵਿਚਾਰ ਦੇ ਵਿੱਚ ਸਮਝਣ ਦਾ ਵਿਸ਼ਾ। ਕਿਉਂ ਕਿ 59 ਦੇ ਵਿੱਚੋਂ 21 ਸ਼ਬਦ ਸੋਰਠ ਤੇ ਗੌੜੀ ਦੇ ਵਿੱਚ ਨੇ। ਔਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਸੋਰਠ ਰਾਗ ਜਿਹੜਾ ਹੈ ਨਾ, ਇਹ ਬੜਾ ਗੰਭੀਰਤਾ ਦਾ ਲਖਾਇਕ ਹੈ। ਇਹ ਰਾਗ ਸੋਰਠ ਰਾਗ ਬਹੁਤ ਗੰਭੀਰ ਰਾਗ ਹੈ। ਔਰ ਜਿਹੜਾ ਗੌੜੀ ਰਾਗ ਹੈ, ਉਹ ਰਾਗ ਅੱਧੀ ਰਾਤ ਦੇ ਸਮੇਂ ਦੇ ਗਾਉਣ ਦਾ ਰਾਗ ਹੈ। ਔਰ ਕਿਹੜੀ ਰਾਤ ਹੈ ਸਾਡੇ ਜੀਵਨ ਦੇ ਵਿੱਚ? ਸਾਡੇ ਜੀਵਨ ਦੇ ਵਿੱਚ ਦੁੱਖਾਂ ਦੀ ਰਾਤ ਹੈ, ਸੰਕਟ ਦੀ ਰਾਤ ਹੈ, ਕਲੇਸ਼ਾਂ ਦੀ ਰਾਤ ਹੈ, ਪ੍ਰਭੂ ਤੋਂ ਵਿਛੜਿਆ ਹੋਇਆਂ ਨਾਮਹੀਣ ਦੀ ਰਾਤ ਹੈ। ਇਸ ਰਾਤ ਨੂੰ ਦੂਰ ਕਰਨ ਵਾਸਤੇ ਸਤਿਗੁਰ ਜੀ ਨੇ ਆ ਸ਼ਬਦ, ਔਰ ਗੌੜੀ ਵਿੱਚ ਵਾਰ-ਵਾਰ ਸਤਿਗੁਰ ਜੀ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਤਨ ਤੈ ਆਪਣੋ ਕਰ ਮਾਨਿਓ ਹੈ, ਕਿ ਇਹ ਤਨ ਜਿਹੜਾ ਤੂੰ ਆਪਣਾ ਕਰਕੇ ਮੰਨਿਆ ਨਾ, ਇਹਦੇ ਵਿੱਚ ਤੇਰਾ ਕੁਝ ਵੀ ਨਹੀਂ ਹੈ, ਤੂੰ ਇਸ ਤੋਂ ਬਾਹਰ ਨਿਕਲ। ਗੌੜੀ ਰਾਗ ਦੇ ਵਿੱਚ ਸਤਿਗੁਰ ਜੀ ਨੇ ਬੜਾ ਕਮਾਲ ਦਾ ਉਪਦੇਸ਼ ਦਿੱਤਾ। ਔਰ ਨਿਰਭੈ ਪਦ ਦੀ ਪ੍ਰਾਪਤੀ ਕਰਨ ਵਾਸਤੇ ਸਤਿਗੁਰ ਜੀ ਨੇ ਇਹ ਗੌੜੀ ਰਾਗ ਦੇ ਵਿੱਚ ਬਾਰੰਬਾਰ ਇੰਫੈਸਿਸ ਕੀਤਾ ਕਿ ਇਹ ਜਨਮ ਜੇ ਰੱਬ ਤੋਂ ਟੁੱਟ ਗਿਆ ਤੇ ਦੁਖੀ ਹੋਏਗਾ। ਔਰ ਇਹ ਵੀ ਕਿਹਾ ਕਿ ਮਾਨਸ ਜਨਮ ਅਮੋਲਕ ਹੈ। ਇਹ ਸਤਿਗੁਰ ਜੀ ਨੇ ਗੌੜੀ ਦੇ ਵਿੱਚ ਦੱਸਿਆ। ਉਸ ਤੋਂ ਬਾਅਦ ਸਤਿਗੁਰ ਜੀ ਦਾ ਜਿਹੜਾ ਅਗਲਾ ਸਫ਼ਰ ਸ਼ੁਰੂ ਹੁੰਦਾ ਹੈ ਸੋਰਠ ਰਾਗ ਦਾ। ਔਰ ਸਤਿਗੁਰ ਜੀ ਸੋਰਠ ਰਾਗ ਦੇ ਵਿੱਚ ਵੀ ਇਹ ਬਾਰੰਬਾਰ ਸਮਝਾਉਂਦੇ ਆ ਕਿ ਜੀਵਨ ਬਤੀਤ ਕਰਨ ਵਾਸਤੇ ਅਸੀਂ ਇੱਕ ਖਾਸ ਕਿਸਮ ਦੀ ਅਵਸਥਾ ਨੂੰ ਦ੍ਰਿੜ ਕਰੀਏ, ਉਹ ਹੈ ਧਰਮ, ਸੱਚਾ ਧਰਮ। ਔਰ ਇਹ ਦ੍ਰਿੜ ਕਰੀਏ ਕਿ ਇੱਥੇ ਪੁੱਤ, ਮੀਤ, ਸੰਬੰਧੀ, ਇਹ ਮਾਇਆ, ਇਹ ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ। ਕਿਉਂਕਿ ਜੇ ਦੁਬਦਾ ਗ੍ਰਸਤ ਅਸੀਂ ਇੱਥੇ ਆਪਣਾ ਜੀਵਨ ਬਤੀਤ ਕਰਦੇ ਹਾਂ ਤੇ ਅਸੀਂ ਡੋਲਦੇ ਹਾਂ, ਅਸੀਂ ਦੁੱਖ ਦੇ ਵਿੱਚ ਆਪਣਾ ਜੀਵਨ ਸਾਰਾ ਕੁਝ ਐਵੇਂ ਦੁੱਖਾਂ 'ਚ ਹੀ ਸ਼ੁਰੂ ਕਰਦੇ ਹਾਂ, ਦੁੱਖਾਂ 'ਚ ਹੀ ਖਤਮ ਕਰਦੇ ਹਾਂ। ਦੇਵਗੰਧਾਰੀ ਰਾਗ ਚਰਨ ਸ਼ਰਨ ਦਾ ਰਾਗ ਹੈ। ਔਰ ਇਹਦੇ ਵਿੱਚ ਸਤਿਗੁਰ ਜੀ ਨੇ ਬਾਰੰਬਾਰ ਮਾਇਆ ਦਾ ਪ੍ਰਪੰਚ, ਦੁਨੀਆ ਦੇ ਕਾਜ ਨੂੰ ਵਿਗਾੜਨ ਵਾਲੀ ਬਿਰਤੀ, ਔਰ ਸੁੱਤ ਬੰਦਪ ਬਨਤਾ ਭਾਈ, ਇਹ ਇਸ ਤੋਂ ਉਪਰਾਮ ਹੋਣ ਦੀ ਬਿਰਤੀ ਵਾਸਤੇ ਗ੍ਰਿਸਤ ਦੇ ਵਿੱਚ ਰਹਿੰਦਿਆਂ ਹੀ ਇਹਨਾਂ ਕਲੇਸ਼ਾਂ ਤੋਂ ਉਪਰਾਮ ਹੋਣ ਵਾਸਤੇ ਸਤਿਗੁਰ ਜੀ ਨੇ ਆਖਿਆ। ਬਿਹਾਗੜਾ ਦੇ ਵਿੱਚ ਸਤਿਗੁਰ ਜੀ ਦੇ 2 ਹੀ ਸ਼ਬਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਜਿਹਦੇ ਵਿੱਚ ਸਤਿਗੁਰ ਜੀ ਨੇ ਸਾਰੀ ਦੁਨੀਆ ਦੇ ਆਲ ਜੰਜਾਲ ਨੂੰ ਭਰਮ ਹੀ ਆਖਿਆ। ਔਰ ਸੋਰਠ ਦੇ ਵਿੱਚ ਵੀ ਅੰਧਕਾਰ ਯੁੱਗ ਹੀ ਆਖਿਆ ਸਤਿਗੁਰ ਜੀ ਨੇ ਸਾਰਾ ਇਹ ਜੀਵਨ। ਔਰ ਫਿਰ ਅਸੀਂ ਤਨਾਸਰੀ ਰਾਗ ਵੱਲ ਵੱਧਦੇ ਹਾਂ। ਸਤਿਗੁਰ ਜੀ ਨੇ ਤਨਾਸਰੀ ਰਾਗ ਦੇ ਵਿੱਚ ਵੀ ਇਹ ਜਿਹੜਾ ਜੀਵਨ ਦੇ ਜਿਹੜੇ ਅਸਲ ਸੱਚ ਨੇ ਨਾ, ਉਹ ਸਤਿਗੁਰ ਜੀ ਨੇ ਪਰਦੇ ਹਟਾ ਕੇ ਦੱਸ ਦਿੱਤਾ। ਅਸੀਂ ਜੇ ਇਵੇਂ ਰਾਗਾਂ ਨੂੰ ਵਿਚਾਰੀਏ ਤੇ ਥੋੜਾ ਜਿਹਾ ਸਾਨੂੰ ਲੱਗਦਾ ਹੈ ਕਿ ਇਸ ਵੇ ਨਾਲ ਅਸੀਂ ਬਾਣੀ ਨੂੰ ਸਮਝਾਂਗੇ ਥੋੜਾ ਜਿਹਾ ਔਖਾ ਹੋਏਗਾ। ਆਓ ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਾਸ਼ਾ ਦੇ ਸਰੂਪ ਨੂੰ ਸਮਝਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਰਚਨਾ ਬੇਅੰਤ ਭਾਸ਼ਾਵਾਂ ਦੇ ਵਿੱਚ ਹੈ। ਅਰਬੀ, ਫਾਰਸੀ, ਲਹਿੰਦੀ, ਮਰਾਠੀ, ਮਹਾਰਾਸ਼ਟਰੀ। ਉਸ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦ ਇਹ ਸਾਰਾ ਸਰੂਪ ਤਿਆਰ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਬਾਣੀ ਪਾਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ
ਸਿਰਫ ਪੰਜਾਬੀ, ਹਿੰਦੀ, ਬ੍ਰਿਜ ਭਾਸ਼ਾ ਦੇ ਵਿੱਚ ਹੈ। ਇਹ ਤਿੰਨੋਂ ਹੀ ਸਤਿਗੁਰੂ ਜੀ ਨੇ, ਸਾਰੀ ਸਤਿਗੁਰੂ ਜੀ ਦੇ 59 ਸ਼ਬਦ ਤੇ 57 ਸਲੋਕ ਇਹ ਬ੍ਰਿਜ ਭਾਸ਼ਾ ਦੇ ਵਿੱਚ ਹੀ ਨੇ, ਹਿੰਦੀ ਦੇ ਵਿੱਚ ਨੇ। ਪਰ ਜੇ ਤੁਸੀਂ ਇਹਨਾਂ ਦਾ ਗੂੜਾ ਐਨਾਲਿਸਿਸ ਕਰੋ ਤੇ ਫਿਰ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਫਾਰਸੀ ਦੇ 2 ਸ਼ਬਦ ਵਰਤੇ ਨੇ ਤੇ ਅਰਬੀ ਦੇ ਵੀ 2 ਸ਼ਬਦ ਵਰਤੇ ਨੇ, ਸਿਰਫ ਪੂਰੀ ਬਾਣੀ ਦੇ ਸੰਗ੍ਰਹਿ ਦੇ ਵਿੱਚ। ਉਹ ਫਾਰਸੀ ਦੇ 2 ਸ਼ਬਦ ਨੇ, ਇੱਕ ਗੁਮਾਨ ਤੇ ਦੂਸਰਾ ਤਨ। ਇਹ 2 ਸ਼ਬਦ ਫਾਰਸੀ ਦੇ ਆਏ ਨੇ। ਔਰ ਅਰਬੀ ਭਾਸ਼ਾ ਦੇ 2 ਸ਼ਬਦ ਵਰਤੇ ਨੇ, ਗਾਫਲ ਤੇ ਉਸ ਤੋਂ ਬਾਅਦ ਹੈਰਾਨ। ਇਹ ਅਰਬੀ ਦੇ ਨੇ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਅਰਬੀ ਫਾਰਸੀ ਦੇ ਸੈਂਕੜੇ ਸ਼ਬਦ ਨੇ। ਗੁਰੂ ਨਾਨਕ ਸਾਹਿਬ ਯਖ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਅ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, या अल्लाह अलख अगम कादिर करण हार करीम, सब दुनिया बन जामनी मुकाम एक रहीम, मुकाम तिसनु आखी है जिस सिस ना हो भी लेख, असमान जिमी चलसी मुकाम ओही एक। ये शब्द आए ने। और गुरु अर्जुन साहब महाराज जी ने भी इसी तरह बेअंत शब्दों का, फारसी के शब्दों का बेअंत वारी जिक्र किया। ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਬੰਦੇ ਚਸ਼ਮ ਦੀਦੰਗ ਫਨਾਏ, ਇਹ ਵੀ ਸਤਿਗੁਰੂ ਗੁਰੂ ਅਰਜੁਨ ਸਾਹਿਬ ਜੀ ਦਾ ਫਾਰਸੀ ਹੈ। ਦੁਨੀਆ ਮੁਰਦਾਰ ਖੁਰਦਨੇ ਗਾਫਲ ਹਵਾਏ, ਇਹ ਵੀ ਜ਼ਿਕਰ ਹੈ। ਵਰੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾਏ, ਜਬ ਅਜ਼ਰਾइल ਬਸ਼ਤਨੀ ਤਬ ਚੇ ਕਾਰੀ ਬਿਦਾਏ, ਹਵਾਲ ਮਾਲੂਮ ਕਰਦੰਗ ਪਾਕ ਅੱਲਾ, ਬੁਗੋ ਨਾਨਕ ਅਰਦਾਸ ਪੇਸ਼ ਦਰਵੇਸ਼ ਬੰਦਾ। ਇਹ ਫਾਰਸੀ ਦੇ। ਮਰਾਠੀ ਭਾਸ਼ਾ ਦੇ ਵੱਲ ਜੇ ਜਾਈਏ ਤੇ ਭਗਤ ਨਾਮਦੇਵ, ਜਿਹਦੇ ਵਿੱਚ ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਪੈਰ ਪੁਰਸਾ ਬਿਰਾ ਥੁਨ ਪੁਰਸਾ ਦਮਰਾ, ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚਿਆ ਪਿੰਦੀ ਮੈਂ ਸਾਗਰਾ। ਜੇ ਅਸੀਂ ਭਗਤ ਜੈਦੇਵ ਦੀ ਬਾਣੀ ਪੜ੍ਹੀ, ਉਹ ਸਾਰੀ ਬਾਣੀ ਬੰਗਾਲੀ ਦੇ ਵਿੱਚ ਹੈ। ਸੋ ਕਹਿਣ ਦਾ ਭਾਵ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਾਸ਼ਾਵਾਂ ਦਾ ਸਮੂਹ ਹੈ। ਤਕਰੀਬਨ 15 ਤੋਂ ਵੱਧ ਭਾਸ਼ਾਵਾਂ ਨੇ। ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 120 ਤੋਂ ਵੱਧ ਉਪਭਾਸ਼ਾ ਅਪਭ੍ਰੰਸ਼ ਹੈਗੇ, ਜਿਹਨੂੰ ਅਸੀਂ ਡਾਇਲੈਕਟਸ ਕਹਿੰਦੇ ਨੇ। ਇਹ ਖੂਬਸੂਰਤੀ ਹੈ। ਪਰ ਜਦ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੱਲ ਆਉਂਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸਿਰਫ ਹਿੰਦੀ, ਬ੍ਰਿਜ ਭਾਸ਼ਾ ਤੇ ਪੰਜਾਬੀ ਦੇ ਵਿੱਚ ਹੀ ਹੈ, ਤਾਂ ਕਿ ਇਹ ਆਮ ਲੋਕਾਈ ਨੂੰ, ਸਾਰੀ ਲੋਕਾਈ ਨੂੰ, ਇਸ ਦੇਸ਼ ਦੀ ਲੋਕਾਈ ਨੂੰ ਆਮ ਕਰਕੇ ਸਮਝ ਆ ਜਾਏ। ਔਰ ਸਤਿਗੁਰੂ ਜੀ ਨੇ ਆਪਣੀ ਬਾਣੀ 'ਚ ਇੰਨਾ ਪ੍ਰੇਮ, ਇੰਨੀ ਮੁਹੱਬਤ, ਇੰਨਾ ਭਾਵ ਦ੍ਰਿੜ ਕਰਾਇਆ। ਜੇ ਕਿਸੇ ਨੂੰ ਤਾੜਨਾ ਵੀ ਦਿੱਤੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹ ਵੀ ਬਹੁਤ ਪ੍ਰੇਮ ਨਾਲ ਦਿੱਤੀ ਹੈ। ਜਿਸ ਤਰ੍ਹਾਂ ਇੱਕ ਉਰਦੂ ਦਾ ਸ਼ੇਰ ਹੈ ਡਾਕਟਰ ਨਾਸਿਰ ਨਕਵੀ ਦਾ ਕਿ तुम्हें आ जाएंगी आदाबे हस्ती, उर्दू से मोहब्बत करके देखो। और वाकई ਤੁਹਾਨੂੰ ਜੀਵਨ ਦਾ ਅਸਲ ਪ੍ਰੇਮ, ਅਸਲ ਬੋਲ ਚਾਲ ਢੰਗ, ਦੁਨੀਆ ਦੇ ਵਿੱਚ ਵਿਚਰਨਾ, ਕਿਵੇਂ ਬੋਲਣਾ ਹੈ, ਕਿਵੇਂ ਪ੍ਰੇਮ ਫੈਲਾਉਣਾ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੋਂ ਤੁਹਾਨੂੰ ਪਤਾ ਲੱਗ ਜਾਏਗਾ। ਜੇ ਬਾਣੀ ਪੜ੍ਹੋਗੇ ਤੁਹਾਨੂੰ ਯਖ ਲਖਤ ਸਹਿਜ ਸੁਭਾਏ, ਤੁਹਾਨੂੰ ਦੁਨੀਆ ਦੇ ਲੋਕਾਂ ਨੂੰ ਝਿੜਕਣਾ ਵੀ ਆ ਜਾਏਗਾ, ਪਰ ਪ੍ਰੇਮ ਨਾਲ ਝਿੜਕਣਾ ਆਏਗਾ। ਜਿਸ ਤਰ੍ਹਾਂ ਸਤਿਗੁਰੂ ਜੀ ਦੇ ਤਿਲੰਗ ਰਾਗ ਦੇ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਸਾਹਿਬ ਜੀ ਕਹਿੰਦੇ ਨਾ, ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ। ਤਾੜਨਾ ਦਿੱਤੀ ਹੈ ਪਰ ਬੜੇ ਪ੍ਰੇਮ ਨਾਲ ਦਿੱਤੀ ਹੈ। ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ, ਇਹ ਤਾੜਨਾ ਹੈ। ਔਰ ਇਹ ਵੀ ਸਤਿਗੁਰੂ ਜੀ ਬਾਰ-ਬਾਰ ਕਹਿੰਦੇ, ਜਾਨ ਬੂਝ ਕੇ ਬਾਵਰੈ ਤੈਂ ਕਾਜ ਬਿਗਾਰਿਓ। ਇਹ ਤਾੜਨਾ ਹੈ ਪਰ ਬੜੀ ਪ੍ਰੇਮ ਨਾਲ ਤਾੜਨਾ ਦਿੱਤੀ ਹੈ ਸਤਿਗੁਰੂ ਜੀ ਨੇ ਕਿ ਪਾਪ ਕਰਤ ਸੰਕੋਚਿਓ ਨਹੀਂ ਨਹਿ ਗਰਭ ਨਿਵਾਰਿਓ। ਭਾਵ ਕੀ ਇਹ ਹੈ ਕਿ ਸਤਿਗੁਰੂ ਜੀ ਦੀ ਸਾਰੀ ਬਾਣੀ ਪ੍ਰੇਮ ਦੇ ਵਿੱਚ ਹੈ। ਸਤਿਗੁਰੂ ਜੀ ਕਰੁਣਾ ਨਿਧਾਨ ਹੈ, ਵੈਰਾਗ ਦੀ ਮੂਰਤ ਨੇ, ਤਿਆਗ ਦੀ ਮੂਰਤ ਨੇ ਤੇ ਅਨੁਰਾਗ ਦਾ ਸਿਖਰ ਨੇ। ਅਨੁਰਾਗ ਦਾ ਮਤਲਬ ਹੈ ਪ੍ਰੇਮ। ਆਓ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਕਿਹੜੇ ਕਿਹੜੇ ਵਿਸ਼ੇ ਸਤਿਗੁਰੂ ਜੀ ਨੇ ਛੋਏ ਨੇ, ਪਹਿਲਾਂ ਉਹ ਦੇਖੀਏ। ਸੰਪੂਰਨ ਬਾਣੀ ਤੇ ਸਲੋਕਾਂ ਦੇ ਵਿੱਚ ਸਤਿਗੁਰੂ ਜੀ ਬਾਰ-ਬਾਰ ਇੱਕ ਚੀਜ਼ ਦਾ ਜ਼ਿਕਰ ਕਰ ਰਹੇ ਨੇ, ਇੱਕ ਚੀਜ਼ ਦਾ ਬਾਰ-ਬਾਰ ਜ਼ਿਕਰ ਕਰ ਰਹੇ ਨੇ, ਜਿਹਨੂੰ ਕਹਿੰਦੇ ਹਾਂ ਅਸੀਂ ਮਨ। ਕਰੋੜਾਂ ਸੈਂਕੜੇ ਵਾਰੀ ਅਸੀਂ ਜਦ ਸਾਰੇ ਦੁਨੀਆ ਦੇ ਗ੍ਰੰਥਾਂ ਨੂੰ ਵਾਚਾਂਗੇ ਨਾ, ਸੈਂਕੜੇ ਕਰੋੜਾਂ ਵਾਰੀ ਸਾਨੂੰ ਸਾਰੇ ਗ੍ਰੰਥਾਂ ਦੇ ਵਿੱਚ ਮਨ ਦੇ ਵੱਖ-ਵੱਖ ਐਸਪੈਕਟ ਮਿਲਣਗੇ। ਜੇ ਅਸੀਂ ਯਹੂਦੀਆਂ ਵੱਲ ਦੇਖੀਏ, ਯਹੂਦੀਆਂ ਦੇ ਗ੍ਰੰਥਾਂ ਨੂੰ ਦੇਖੀਏ, ਜੇ ਬਾਈਬਲ 'ਚ ਦੇਖੀਏ ਤੇ ਦੇ ਆਲ ਟਾਕ ਅਬਾਊਟ ਮਾਈਂਡ, ਮਲੀਸ਼ੀਅਸ ਮਾਈਂਡ, ਇਲ ਵਿਲਨੈਸ। ਇਹ ਉਹ ਮਾਈਂਡ ਦੀ ਗੱਲ ਕਰਦੇ ਨੇ, ਉਹ ਅੰਦਰ ਦੀ ਇੰਟਿਊਸ਼ਨ ਦੀ ਗੱਲ ਕਰਦੇ ਨੇ। ਇੰਟਿਊਸ਼ਨ ਇਜ਼ ਆਲਸੋ ਮਾਈਂਡ। ਉਹ ਅੰਦਰ ਥਾਟ ਪ੍ਰੋਸੈਸ ਦੀ ਗੱਲ ਕਰਦੇ ਨੇ, ਇਟਸ ਆਲਸੋ ਨੋਨ ਐਜ਼ ਮਾਈਂਡ।
ਔਰ ਜੇ ਅਸੀਂ ਕੁਰਾਨ ਨੂੰ ਦੇਖੀਏ, ਕੁਰਾਨ ਦੇ ਵਿੱਚ ਵੀ ਅੰਦਰ ਦੀ ਮਨ ਬਾਰੇ ਬੜੇ ਖਿਆਲ ਆਏ ਨੇ, ਹੀਨਤਾ ਬਾਰੇ ਖਿਆਲ ਆਏ ਨੇ। ਜੇ ਅਸੀਂ ਆਪਣੇ ਦੇਸ਼ ਦੇ ਧਰਮ ਗ੍ਰੰਥਾਂ ਨੂੰ ਦੇਖੀਏ, ਰਿਗਵੇਦ, ਯਥੁਰਵੇਦ, ਸਾਮਵੇਦ, ਅਜੁਰਵੇਦ, ਇਹਦੇ ਵਿੱਚ ਵੀ ਮਨ ਬਾਰੇ ਬੜਾ ਜ਼ਿਕਰ। ਔਰ ਰਿਗਵੇਦ ਦੇ ਵਿੱਚ ਬਹੁਤ ਵਾਰੀ ਆਇਆ, 18 ਪੁਰਾਣਾਂ 'ਚ ਆਇਆ ਹੈ, 27 ਸਿਮਰਤੀਆਂ 'ਚ ਆਇਆ, ਸ਼੍ਰੀਮਦ ਭਗਵਤਮ ਦੇ ਵਿੱਚ ਆਇਆ ਹੈ, ਭਗਵਤ ਪੁਰਾਣ 'ਚ ਮਨ ਦਾ ਜ਼ਿਕਰ ਆਇਆ ਹੈ। ਮਹਾਭਾਰਤ ਦੇ ਵਿੱਚ ਘੱਟੋ ਘੱਟ 127 ਤੋਂ ਵੱਧ ਮਨ ਦਾ ਜ਼ਿਕਰ ਆਇਆ ਹੈ। ਔਰ ਗੀਤਾ ਦੇ ਵਿੱਚ ਤੇ ਬਹੁਤ ਵਾਰੀ ਸ਼੍ਰੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਜਿਹੜਾ ਮਨ ਬਾਬਤ, ਉਹ ਵੀ ਮੈਂ ਇਹ ਨਹੀਂ ਕਿ ਮੈਂ ਮਨ ਦੇ ਵਿਸ਼ੇ ਤੋਂ ਦੂਰ ਜਾ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ੇ ਤੋਂ ਦੂਰ ਜਾ ਰਿਹਾ, ਸਿਰਫ ਇਹ ਆਪ ਸਾਰੇ ਬੱਚਿਆਂ ਨੂੰ ਦੱਸਣ ਵਾਸਤੇ ਕਿ ਮਨ ਬਹੁਤ ਜ਼ਰੂਰੀ ਹੈ ਸਮਝਣਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਮਨ ਦੇ ਉੱਤੇ ਹੈ। ਮਨ, ਸਤਿਗੁਰੂ ਜੀ ਮਨ ਦੇ ਉੱਤੇ ਬੜਾ ਐਮਫੈਸਿਸ ਕਰਦੇ ਆ। ਔਰ ਜਿੰਨੇ ਸ਼ਬਦ ਨੇ ਸਤਿਗੁਰੂ ਜੀ ਦੇ, ਜ਼ਿਆਦਾਤਰ ਹਰ 2-4 ਸ਼ਬਦਾਂ ਤੋਂ ਬਾਅਦ ਤੁਹਾਨੂੰ ਮਨ ਮਿਲੇਗਾ। ਉਹਦੇ ਵਿੱਚ ਸਤਿਗੁਰੂ ਜੀ ਨੇ ਚੰਗਿਆਈਆਂ ਦਾ ਜ਼ਿਕਰ ਕੀਤਾ ਹੈ, ਮਨ ਦੀਆਂ ਬੁਰਾਈਆਂ ਦਾ ਜ਼ਿਕਰ ਕੀਤਾ ਹੈ, ਵਿਕਾਰ ਦਾ ਜ਼ਿਕਰ ਕੀਤਾ ਹੈ, ਮਨੁੱਖ ਦੇ ਸੁਭਾਅ ਦਾ ਜ਼ਿਕਰ ਕੀਤਾ ਹੈ, ਅੰਦਰ ਦੇ ਕ੍ਰੋਧ ਦਾ ਜ਼ਿਕਰ ਕੀਤਾ ਹੈ, ਅੰਦਰ ਦੀਆਂ ਵਾਸ਼ਨਾਵਾਂ ਦਾ ਜ਼ਿਕਰ ਕੀਤਾ ਹੈ। ਔਰ ਜਿਸ ਤਰ੍ਹਾਂ ਅਸੀਂ ਰਾਮਕਲੀ ਰਾਗ ਦਾ ਇੱਕ ਸ਼ਬਦ ਉਦਾਹਰਣ ਲੈ ਲਈਏ, ਰੇ ਮਨ ਓਟ ਲਿਓ ਹਰਨਾਮਾ। ਜੇ ਮਨ ਡੋਲਦਾ ਹੈ ਨਾ, ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਾਰਬ੍ਰਹਮ ਪਰਮੇਸ਼ਵਰ ਦੀ ਓਟ ਲੈ ਤੂੰ, ਤੇਰਾ ਮਨ ਡੋਲੇਗਾ ਨਹੀਂ। ਜਾਕੂ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ, ਸਾਖ ਪੇ ਭੱਜ ਖਲੇ ਸਭੋ ਭੱਜੈ ਆਸਰਾ, ਚੁਕੈ ਸਭ ਅਸਰਾਓ ਚੀਤ ਆਵੈ ਉਸ ਪਾਰਬ੍ਰਹਮ, ਉਸ ਪ੍ਰਭੂ ਦਾ ਚੇਤਾ। ਔਰ ਇਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰੇ ਮਨ ਤੂੰ ਪ੍ਰਭੂ ਦੀ ਓਟ ਲੈ। ਤੈਨੂੰ ਜਦ ਸਾਰੇ ਆਸਰੇ, ਸਾਰੇ ਪਾਸੇ ਤੈਨੂੰ ਲੱਗਣਾ ਕਿ ਹੁਣ ਮੇਰਾ ਕੁਝ ਨਹੀਂ ਬਣ ਸਕਦਾ, ਫਿਰ ਤੂੰ ਪ੍ਰਭੂ ਦੇ ਨਾਮ ਦੀ ਓਟ ਲੈ। ਔਰ ਜਿਸ ਤਰ੍ਹਾਂ ਤਿਲੰਗ ਰਾਗ 'ਚ ਪੜ੍ਹਦੇ ਹਾਂ ਅਸੀਂ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਕਿੱਥੇ ਤੂੰ ਸੁੱਤਾ ਪਿਆ। ਕੱਲਾ ਇਹ ਨੀਂਦ ਤੋਂ ਜਗਾਉਣਾ ਥੋੜੀ ਕਿਹਾ, ਇਹ ਵਿਕਾਰਾਂ ਤੋਂ ਜਗਾਉਣ ਨੂੰ ਕਿਹਾ, ਜਿਹਨੂੰ ਬਾਣੀ ਕਹਿੰਦੀ ਹੈ ਨੈਣੋ ਨੀਂਦ ਪਰਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਨਿੰਦ ਵਿਚਾਰ, ਰਸਨਾ ਸੋਈ ਲੋਪ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ में कोई जागत रहे। ਇਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਕਿੱਥੇ ਸੁੱਤਾ ਪਿਆ। ਜੋ ਤਨ ਉਪਜਿਓ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਇਹ ਸਰੀਰ ਵੀ ਤੇਰੇ ਨਾਲ ਨਹੀਂ ਨਿਭਣ ਵਾਲਾ, ਇਹ ਜਾਗ ਤੂੰ। ਔਰ ਸ਼ਲੋਕ ਦੇ ਵਿੱਚ ਜੇ ਆਪਾਂ ਦੇਖੀਏ, ਮਨ ਨੂੰ ਸੰਬੋਧਨ ਕੀਤਾ, ਜਿਉਂ ਸੁਪਨਾ ਅਰ ਪੇਖਣਾ। ਸਤਿਗੁਰੂ ਜੀ ਕਹਿੰਦੇ ਆਹ ਦੇਖ ਲੈ, ਇਹ ਜੀਵਨ ਸੁਪਨਾ ਹੀ ਹੈ, ਤਨ ਵੀ ਇਹ ਸਾਰਾ ਦਿਖਦਾ ਪਸਾਰਾ ਇਹ ਸੁਪਨਾ ਹੀ ਹੈ, ਤੈਸੇ ਜਗ ਕੋ ਜਾਨ। ਔਰ ਮਨ ਬਾਬਤ ਵੀ ਸਤਿਗੁਰੂ ਜੀ ਨੇ ਸ਼ਲੋਕਾਂ 'ਚ ਕਿਹਾ, ਸੁਖ ਦੁਖ ਕੋ ਚਾਹੈ ਸਦਾ, ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਇਹ ਮਨੁੱਖਾ ਦੇ ਹੀ ਦੁਰਲਭ ਹੈ। ਔਰ ਇਹ ਵੀ ਸ਼ਲੋਕ 'ਚ ਕਿਹਾ, ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਜੇ ਮੈਨੂੰ ਕੋਈ ਉਸਤਤ ਕਰੇ ਤੇ ਮੈਂ ਤਿਆਰ ਹਾਂ ਉਸਤਤ ਸੁਣਨ ਲਈ। ਜੇ ਮੇਰੀ ਕੋਈ ਤਾਰੀਫ ਕਰੇ, ਇਹ ਦੱਸੇ ਕਿ ਫਲਾਣੀ ਥਾਂ ਇਹ ਕੀਤਾ, ਇਹ ਵੀ ਕੀਤਾ, these all are the achievements I have gotten through my life, my lifespan। ਪਰ ਜੇ ਕੋਈ ਨਿੰਦਾ ਕਰਦੇ ਤੇ ਮੈਂ ਨਿੰਦਾ ਸੁਣਨ ਨੂੰ ਤਿਆਰ ਨਹੀਂ ਹਾਂ। ਸੈਲੀਬ੍ਰੇਸ਼ਨ ਲਈ ਮੈਂ ਆਲਵੇਸ ਰੈਡੀ ਹਾਂ, ਤੇ ਜੇ ਕੋਈ ਦੁੱਖ ਦੀ ਗੱਲ ਸੁਣਾਏ ਮੈਂ ਉਹਦੇ ਲਈ ਤਿਆਰ ਨਹੀਂ ਹਾਂ। ਗੁਰੂ ਸਾਹਿਬ ਕਹਿੰਦੇ ਮਨ ਦਾ ਇੱਕ ਪੱਖ ਤੇ ਅਸੀਂ ਸੈਲੀਬ੍ਰੇਸ਼ਨ, ਖੁਸ਼ੀ ਲਈ ਤਿਆਰ ਰੱਖੇ। ਔਰ ਦੇਖੋ ਤੁਸੀਂ ਜਿਹੜਾ ਸੋਸ਼ਲ ਮੀਡੀਆ, ਤੁਸੀਂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, YouTube, ਜੋ ਸਭ ਕੁਝ ਦੇਖਦੇ ਹੋ ਨਾ, ਆ ਇੱਕੋ ਹੀ ਪੱਖ ਦਿਖਾਇਆ ਜਾਂਦਾ। ਸਭ ਆਪਣਾ ਇੱਕੋ ਹੀ ਪੱਖ ਦਿਖਾ ਰਿਹਾ, ਆਈ ਐਮ ਵੈਰੀ ਹੈਪੀ, ਆਈ ਐਮ ਸੈਲੀਬ੍ਰੇਟਿੰਗ, ਆਈ ਐਮ ਟਰੈਵਲਿੰਗ, ਆਈ ਐਮ ਇੰਜੋਇੰਗ ਮਾਈ ਲਾਈਫ। ਕੋਈ ਕੁਝ ਕਰ ਰਿਹਾ, ਕੋਈ ਨਵੇਂ ਕੱਪੜੇ ਪਾ ਕੇ ਦਿਖਾ ਰਿਹਾ, ਕੋਈ ਕੁੱਥੇ ਕੋਈ। ਪਰ ਹਰ ਇੱਕ ਜੀਵਨ ਦਾ ਇੱਕ ਦੁੱਖ ਦਾ ਪਹਿਲੂ ਵੀ ਹੈ, ਉਹ ਅਸੀਂ ਸਭ ਤੋਂ ਲੁਕਾਉਂਦੇ ਹਾਂ, ਉਹ ਦਿਖਾਉਂਦੇ ਨਹੀਂ। ਅਸੀਂ ਬਹੁਤ ਘੱਟ ਦਿਖਾਇਆ ਜਾਂਦਾ, ਤੇ ਸਾਨੂੰ ਇਹ ਲੱਗਦਾ ਕਿ ਅਗਲਾ ਬੰਦਾ ਸੁਖੀ ਹੈ ਤੇ ਅਸੀਂ ਸਭ ਤੋਂ ਦੁਖੀ ਹੈ। ਮਹਾਰਾਜ ਕਹਿੰਦੇ ਨਹੀਂ, ਇਹ ਸੱਚ ਸਮਝਿਓ ਕਿ ਹਰ ਇੱਕ ਸੁੱਖ ਦੇ ਯਤਨ ਕਰ ਰਿਹਾ, ਹਰ ਇੱਕ ਚਾਹੁੰਦਾ ਹੈ ਕਿ ਮੈਨੂੰ ਸੁੱਖ ਮਿਲੇ, ਤਾਂ ਹੀ ਉਹ ਸਾਰੇ ਜਗਤ ਨੂੰ ਇਹ ਦਿਖਾਉਂਦਾ ਮੈਂ ਸੁਖੀ ਹਾਂ। ਪਰ ਨਹੀਂ, ਮਹਾਰਾਜ ਜੀ ਕਹਿੰਦੇ ਹਰ ਕੋਈ ਜੋ ਦੀਸੈ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਭ ਦੁਖੀ ਨੇ, ਪਰ ਆਓ ਇਹਨਾਂ ਦੁੱਖਾਂ ਨੂੰ ਐਕਸੈਪਟ ਕਰਨ ਦੀ, ਇਹਨਾਂ ਦੁੱਖਾਂ ਦੇ ਵਿੱਚ ਵੀ ਚੰਗੀ ਜ਼ਿੰਦਗੀ ਜਿਉਣ ਦੀ ਅਸੀਂ ਜੁਗਤ ਗੁਰੂ ਤੇਗ ਬਹਾਦਰ ਸਾਹਿਬ ਤੋਂ ਸਿੱਖੀਏ। ਹਰ ਕੋਈ ਸੁੱਖ ਚਾਹੁੰਦਾ ਹੈ, ਹਰ ਕੋਈ ਉਸਤਤ ਚਾਹੁੰਦਾ, ਮੈਨੂੰ ਸਰੂਪਾ ਮਿਲੇ, ਹਰ ਕੋਈ ਚਾਹੁੰਦਾ ਹੈ, ਪਰ ਮੇਰੇ ਬਾਰੇ ਕੋਈ ਮਾੜਾ ਨਾ ਬੋਲੇ, ਕੋਈ ਨਹੀਂ ਚਾਹੁੰਦਾ। ਪਰ ਮਹਾਰਾਜ ਕਹਿੰਦੇ ਨਹੀਂ, ਦੋਨੋਂ ਚੀਜ਼ਾਂ ਤਿਆਰ ਕਰੋ, ਕਿਉਂਕਿ ਸਾਡਾ ਹਾਲ ਹੈ, ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ, ਕਹੋ ਨਾਨਕ ਸੁਨ ਰੇ ਮਨਾ।
ਮਨ ਨੂੰ ਤਿਆਰ ਕਰ, ਦੁੱਖ ਲਈ ਵੀ, ਨਿੰਦਾ ਲਈ ਵੀ ਤਿਆਰ ਕਰ। ਮਨ ਨੂੰ ਆਉਣ ਵਾਲੀ ਅਚਨਚੇਤ ਘਟਨਾਵਾਂ ਲਈ ਵੀ ਤਿਆਰ ਕਰ। ਔਰ ਇਹ ਬੰਦਗੀ ਨਾਲ ਕੀਤਾ ਜਾ ਸਕਦਾ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੇ ਸੋ ਹੋਏ। ਜੋ ਪ੍ਰਭੂ ਨੇ ਭਾਉਣਾ ਉਹ ਹੋਣਾ। ਔਰ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਭਲਿਓ ਹਰ ਕੀ ਗਤ ਨਾ ਕੂ ਜਾਣਾ। ਤੂੰ ਨਹੀਂ ਜਾਣ ਸਕਦਾ ਉਹਦੀ ਗਤ ਨੂੰ। ਜੋਗੀ ਜਤੀ ਤਪੀ ਪਚ ਹਾਰੈ, ਔਰ ਉਹ ਲੋਕ ਸਿਆਣੇ। ਸਿਆਣੇ ਤੋਂ ਸਿਆਣੇ ਬੰਦੇ ਉਹ ਜਾਣ ਨਹੀਂ ਸਕੇ। ਤੇਰੀ ਸਿਆਣਪ ਨਹੀਂ ਚੱਲਣੀ। ਅੱਛਾ, ਮਨ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਸੰਬੋਧਨ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ, ਉਹ ਕੀਤਾ ਮਾਂ ਨੂੰ। ਔਰ ਮਾਂ ਲਈ ਲਫ਼ਜ਼ ਮਾਈ ਵਰਤਿਆ ਸਤਿਗੁਰੂ ਜੀ ਨੇ। ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਾਤਾ ਵੀ ਆਇਆ, ਮਾਤ ਵੀ ਆਇਆ, ਮਾਈ ਵੀ ਆਇਆ, ਮਾਂ ਵੀ ਆਇਆ, ਅੰਮੀ ਵੀ ਆਇਆ। ਸਾਈ ਮਹਿੰਡਾ ਇਠੜਾ ਅੱਬੇ ਅਮ ਲਫ਼ਜ਼ ਅੰਮੀ। ਔਰ ਮਾਂ ਸਿਰਫ ਸੰਸਾਰਿਕ ਮਾਂ ਲਈ ਨਹੀਂ ਆਇਆ, ਮਾਂ ਮਤ ਲਈ ਵੀ ਆਇਆ। ਮਤ ਨੂੰ ਵੀ ਆਖਿਆ ਕਿ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ, ਜਿਸ ਤਰ੍ਹਾਂ ਕੱਲ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ ਨੇ ਇਹ ਵਿਚਾਰ ਕੀਤੀ ਸੀ ਕਿ ਜਿਹੜਾ ਸ਼ਬਦ ਹੈ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਚੈ ਹਰ ਬਾਂਝਾ, ਤਿਨ ਸੁਣੀ ਦੇ ਫਿਰੈ ਬਿਨ ਨਾਵੈ, ਕੋਈ ਖਪ ਖਪ ਮੋਏ ਕਰਾਂਝਾ। ਕਿ ਕੱਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਾਂ ਲਫ਼ਜ਼ ਮਾਤਾ ਲਈ ਨਹੀਂ ਆਇਆ, ਮਦਰ ਲਈ ਨਹੀਂ ਆਇਆ, ਮਤ ਲਈ ਵੀ ਆਇਆ। ਮਤ ਮਾਤਾ ਪਿਤਾ ਸੰਤੋਖ, ਇਹ ਆਇਆ। ਔਰ ਇਸੇ ਤਰ੍ਹਾਂ ਜਿਹੜਾ ਮਾਈ ਲਫ਼ਜ਼ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 'ਚ, ਉਹ ਦੋਨੋਂ ਰੂਪ ਦੇ ਵਿੱਚ ਹੈ। ਉਹ ਸੰਸਾਰਿਕ ਮਾਂ ਲਈ ਵੀ ਹੈ ਔਰ ਉਹ ਸਾਡੀ ਮਤ ਲਈ ਵੀ ਹੈ। ਮਨੁੱਖੀ ਸਮਾਜ ਦੇ ਵਿੱਚ ਮਨ ਤੇ ਮਤ ਦਾ ਜ਼ਿਕਰ ਕੀਤਾ। ਜੇ ਮਨ ਸਾਡਾ ਡੋਲਦਾ ਹੈ ਤੇ ਮਤ ਨੂੰ ਉੱਚੀ ਕਰੋ। ਇਸ ਕਰਕੇ ਰੋਜ਼ ਅਰਦਾਸ ਦੇ ਵਿੱਚ ਅਸੀਂ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਮਨ ਗੁਰੂ ਦੇ ਸ਼ਬਦ ਵਿੱਚ ਨੀਵਾਂ ਹੋਏ ਤੇ ਮਤ ਗੁਰੂ ਦੇ ਗਿਆਨ ਤੋਂ ਉੱਚੀ ਸਿਰਮੌਰ ਹੋ ਜਾਏ। ਜਿਸ ਮਨ ਦੇ ਉੱਤੇ ਮਤ ਦਾ ਕੁੰਡਾ ਹੋਏਗਾ ਉਹ ਮਨ ਕਦੀ ਡੋਲਣ ਨਹੀਂ ਦੇਗਾ। ਇਸ ਕਰਕੇ ਬਾਰੰਬਾਰ ਸਤਿਗੁਰੂ ਜੀ ਨੇ ਇਹ ਸੰਬੋਧਨ ਕੀਤਾ, ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ। ਕਿ ਮੇਰੀ ਮਤ, ਮੇਰੇ ਮਨ ਦਾ ਮਾਨ ਨਹੀਂ ਤਿਆਗਿਆ ਗਿਆ। ਇਹ ਵੀ ਮਤ ਨੂੰ ਦ੍ਰਿੜ ਕਰਾਇਆ ਕਿ ਮਤ ਤੂੰ ਕਰੀ ਕੀ ਜਾਂਦੀ ਹੈ। ਇਹ ਨਾ ਹੋਏ ਕਿ ਕਹੋ ਕਬੀਰ ਉਲਟੀ ਪਈ ਖੇਡ, ਲੇਲੇ ਕੋ ਚੁੰਗੈ ਨਿਤ ਭੇੜ। ਕਿ ਤੇਰਾ ਮਨ ਤੇਰੀ ਮਤ ਨੂੰ ਕਿੱਥੇ ਅੱਗੇ ਨਾ ਲਾ ਲੇ। ਨਾ, ਜੇ ਮਨ ਦੀ ਕਰਨ ਲੱਗੇ ਨਾ, ਮਨ ਇੰਨਾ ਪਾਪੀ ਹੈ, ਢੱਠੇ ਖੂਹ ਦੇ ਵਿੱਚ ਜਾ ਕੇ ਸੁੱਟੇਗਾ। ਮਨ ਨੂੰ ਕਾਬੂ ਕਰਨ ਵਾਸਤੇ ਕੋਈ ਬਾਹਰ ਦੀ ਤਾਕਤ ਕੰਮ ਨਹੀਂ ਕਰ ਸਕਦੀ। ਬੰਦਿਆ, ਤੇਰੇ ਅੰਦਰ ਮਤ ਪਾਈ ਹੈ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਅਕਲੀ ਪੜ ਕੇ ਬੂਝੀ ਹੈ, ਅਕਲੀ ਕੀਚੈ ਦਾਨ। ਇਸ ਮਤ ਨੂੰ ਗੁਰੂ ਦੇ ਸ਼ਬਦ ਦੇ ਨਾਲ ਘੜੀਆ ਸ਼ਬਦ ਸੱਚੀ ਟਕਸਾਲ। ਆ ਮਤ ਨੂੰ ਹੀ ਘੜਿਆ ਨਾ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ। ਇਹ ਤੇਰੀ ਮਤ ਹੈ, ਅਹਰਣ ਦੀ ਤਰ੍ਹਾਂ ਉਹਨੂੰ ਰੱਖਦੀ। ਗੁਰੂ ਦੇ ਸ਼ਬਦ ਦੀ ਸੱਟਾਂ ਪੈਂਦੀਆਂ ਰਹਿਣ। ਅਹਰਣ ਉਹ ਲੋਹੇ ਦਾ ਟੁਕੜਾ ਹੁੰਦਾ ਹੈ ਜਿਹਨੂੰ ਲੋਹਾਰ ਆਪਣੀ ਦੁਕਾਨ ਦੇ ਵਿੱਚ ਰੱਖਦਾ ਹੈ। ਲੋਹੇ ਦੇ ਬੜੇ ਸਾਰੇ ਉਹ ਬਹੁਤ ਸਾਰੀ ਤਰ੍ਹਾਂ ਦੇ ਚੀਜ਼ਾਂ ਬਣਾ ਲੈਂਦਾ, ਪਰ ਉਹ ਅਹਰਣ ਉੱਥੇ ਟਿਕੀ ਰਹਿੰਦੀ ਹੈ ਜਿਹੜੇ ਹਥੌੜੇ ਦੀਆਂ ਸੱਟਾਂ ਖਾਂਦੀਆਂ ਰਹਿੰਦੀਆਂ। ਤੇਰੀ ਮਤ ਗੁਰੂ ਦੇ ਸ਼ਬਦ ਦੀ ਸੱਟਾਂ ਖਾਂਦੀਆਂ ਰਹੇ ਪਰ ਅਡੋਲ ਰਹੇ। ਇਹ ਹੈ ਮਾਈ ਮੈਂ ਕਿਹ ਬਿਦ ਲੱਖੋਂ ਗੁਸਾਈ। ਹੇ ਮੇਰੀ ਮਤ, ਤੂੰ ਦੱਸ ਮੈਂ ਰੱਬ ਨੂੰ ਕਿਵੇਂ ਪ੍ਰਾਪਤ ਕਰਾਂ। ਮੈਂ ਕਿਵੇਂ, ਜੋ ਮੈਂ ਕਰ ਰਿਹਾ ਇਹ ਰੱਬ ਦੇ ਮਾਰਗ ਤੇ ਤੁਰਨ ਵਾਲਾ ਸੱਚ ਨਹੀਂ ਹੈ। ਕਿਉਂਕਿ ਮਹਾ ਮੋਹ ਅਗਿਆਨ ਤਿਮਰ ਮੋਹ, ਤਿਮਰ ਕਹਿੰਦੇ ਹਨੇਰਾ, ਮਨ ਰਹਿਓ ਉਰਝਾਈ। ਇਹ ਮੇਰਾ ਮਹਾ ਮੋਹ ਤੇ ਅਗਿਆਨ ਦੇ ਹਨੇਰੇ ਦੇ ਵਿੱਚ ਮਨ ਮੇਰਾ ਉਲਝਿਆ ਹੋਇਆ, ਮੈਂ ਕਿਵੇਂ ਬਚਾਂ। ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਵਿਸ਼ਾ ਵਸਤੂ ਹੈ, ਜਿਹਨੂੰ ਡਾਕਟਰ ਮਹਿੰਦਰ ਸਿੰਘ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਆ, ਉਹ ਸਾਰਾ ਹੀ ਮਤਲਬ, ਕਿਉਂਕਿ ਤੁਸੀਂ ਇਹ ਹੈਰਾਨ ਹੋਵੋਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਰਹਾਉ ਦੀ ਤੁਕ ਕੌਨਸਟੈਂਟ ਨਹੀਂ ਆਈ ਹੈ। ਜਿਸ ਤਰ੍ਹਾਂ ਸ੍ਰੀ ਰਾਗ ਮਹੱਲਾ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਆਇਆ ਹੈ, ਇਹਦੇ ਬਾਰੇ ਥੋੜੀ ਜਿਹੀ ਵਿਚਾਰ ਕਰ ਲਈਏ ਕਿਉਂਕਿ ਬਾਣੀ ਬਾਬਤ ਇਹ ਸਮਝਣਾ ਬੜਾ ਜ਼ਰੂਰੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਗੁਰੂ ਨਾਨਕ ਸਾਹਿਬ ਦਾ ਪਹਿਲਾ ਸ਼ਬਦ ਹੈ, ਮੋਤੀ ਤਾਂ ਮੰਦਰ ਊਸਰੈ ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿਤ ਨਾ ਆਵੈ ਨਾਓ। ਇਹ ਰਹਾਉ ਦੀ ਤੁਕ ਹੈ। ਦੋ ਤੁਕਾਂ ਤੋਂ ਬਾਅਦ ਰਹਾਉ ਦੀ ਤੁਕ ਆਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਵਿੱਚ ਰਹਾਉ ਦੀ ਤੁਕ ਦੋ ਤੁਕਾਂ ਬਾਅਦ ਵੀ ਆਈ ਹੈ, ਤਿੰਨ ਤੁਕਾਂ ਬਾਅਦ ਵੀ ਆਈ ਹੈ, ਚਾਰ ਤੁਕਾਂ ਬਾਅਦ ਵੀ ਆਈ ਹੈ। ਸ੍ਰੀ ਰਾਗ ਦੇ ਚੌਪਦੀਆਂ ਦਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ, ਅਛਲ ਛਲਾਈ ਨਹਿ ਚਲੈ ਨਹਿ ਘਾਉ ਕਟਾਰਾ ਕਰ ਸਕੈ, ਜਿਉ ਸਾਹਿਬ ਰਾਖੈ ਤਉ ਰਹੈ, ਇਸ ਲੋਭੀ ਕਾ ਜੀਉ ਟਲ ਪਲੈ।
ਬਿਨ ਤੇਲ ਦੀਵਾ ਕਿਉਂ ਜਲੈ, ਇਹ ਚੌਥੀ ਤੁਕ ਰਾਹੋਂ ਦੀ ਆਈ ਹੈ। ਪਰ ਇੱਥੇ ਇਹ ਸ਼ਬਦ 'ਚ ਇੱਕ ਰਾਹੋਂ ਨਹੀਂ ਆਇਆ, ਦੋ ਰਾਹੋਂ ਆਏ ਨੇ। ਪੋਥੀ ਪੁਰਾਣ ਕਮਾਈਐ, ਭਉਵੱਟੀ ਤਨ ਪਾਈਐ, ਸਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉ ਜਲੈ, ਕਰ ਚਾਨਣ ਸਾਹਿਬ ਤਾਉ ਮਿਲੈ, ਇਹ ਰਾਹੋਂ ਦੂਜਾ। ਇਸ ਤਰ੍ਹਾਂ ਬਾਣੀ ਦੇ ਵਿੱਚ ਹੋਰ ਵੀ ਰਾਹੋਂ ਦੂਜਾ ਦੋ ਸ਼ਬਦ, ਉਮ ਕਿਉ ਹਿਉ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਯ ਜਾਈ, ਸੁਨਤ ਸੰਦੇਸਰੋ ਪ੍ਰੈ। ਇਹਦੇ ਵਿੱਚ ਦੋ ਰਾਹੋਂ ਦੀਆਂ ਤੁਕਾਂ ਆਈਆਂ ਨੇ, ਆਖਰੀ ਤੁਕ ਰਾਹੋਂ ਦੂਜਾ ਵੀ ਲਿਖਿਆ। ਇਸੇ ਤਰ੍ਹਾਂ ਚਾਰ ਰਾਹੋਂ ਵਾਲੇ ਸ਼ਬਦ ਵੀ ਆਏ ਨੇ, ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਇਹ ਵੀ ਆਇਆ। ਜਿਉ ਡਰਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵਿਕਾਰ, ਇਹ ਵੀ ਗੁਰੂ ਨਾਨਕ ਸਾਹਿਬ ਦਾ। ਪਰ ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ ਨਾ, ਜਿਉ ਤਪਤ ਹੈ, ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਰਾਹੋ। ਇਹਦੇ ਵਿੱਚ ਚਾਰ ਰਾਹੋਂ ਆਏ ਨੇ। ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਬਦ ਜਿਹੜੇ ਨੇ, ਸਿਰਫ ਗੁਰੂ ਅੰਗਦ ਸਾਹਿਬ ਦੇ ਸਰੂਕਾਂ ਨੂੰ ਛੱਡ ਕੇ, ਉਹਦੇ ਵਿੱਚ ਰਾਹੋਂ ਕੌਨਸਟੈਂਟ ਇੱਕੋ ਰੂਪ ਦੇ ਵਿੱਚ ਨਹੀਂ ਆਇਆ। ਪਰ ਗੁਰੂ ਤੇਗ ਬਹਾਦਰ ਸਾਹਿਬ ਦੇ 59 ਦੇ 59 ਸ਼ਬਦਾਂ ਦੀ ਲੜੀ ਤੁਸੀਂ ਦੇਖ ਲਓ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਰੇ ਸ਼ਬਦਾਂ ਦੀ ਪਹਿਲੇ ਸ਼ਬਦ ਦੀ ਦੋ ਤੁਕਾਂ, ਪਹਿਲੇ ਸ਼ਬਦ ਦੀ ਤੁਕ ਹੀ ਰਾਹੋਂ ਦੀ ਹੈ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਥੀਮ ਹੈ, ਸਕੂਲ ਆਫ ਥਾਟ ਹੈ, ਇਹ ਵਿਸ਼ਾ ਵਸਤੂ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਸਮਝਣ ਦਾ, ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਰੇ ਸ਼ਬਦਾਂ ਦੀ ਪਹਿਲੀ ਤੁਕ ਹੀ ਰਾਹੋਂ ਦੀ ਹੈ। ਜਿਸ ਤਰ੍ਹਾਂ ਸਾਧੂ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐ ਨਿਸਭਾਗੋ, ਇਹ ਰਾਹੋਂ ਹੈ। ਔਰ ਪ੍ਰਸ਼ਨਵਾਚਕ ਵੀ ਬੜੀਆਂ ਤੁਕਾਂ ਆਈਆਂ। ਕੋਈ ਵੀ ਜਿਵੇਂ ਬੀਤ ਜਹ ਜਨਮ ਆਕਾਸ਼, ਇਹ ਵੀ ਰਾਹੋਂ ਦੀ ਤੁਕ ਹੈ, ਪਹਿਲੀ ਤੁਕ। ਰਾਮ ਸਿਮਰ ਇਹ ਹੈ ਤੇਰਾ ਕਾਜ ਹੈ, ਇਹ ਵੀ ਰਾਹੋਂ ਹੈ। ਜਿੰਨੇ ਮਰਜੀ ਅਸੀਂ ਸ਼ਬਦ ਪੜ੍ਹ ਲਈਏ ਕਿ ਸਾਧੂ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਰ ਮਨ ਹੈ, ਅਚਰਜ ਲਖਿਓ ਨਾ ਜਾਈ, ਰਾਹੋਂ। ਇਹ ਵਿਸ਼ਾ ਵਸਤੂ ਹੈ ਸਤਿਗੁਰੂ ਜੀ ਦੇ। ਅੱਛਾ, ਉਸ ਤੋਂ ਬਾਅਦ ਬੜੀ ਖੂਬਸੂਰਤ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਇਹ ਆਉਂਦੀ ਹੈ ਕਿ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਲੰਕਾਰ ਅਤੇ ਦ੍ਰਿਸ਼ਟਾਂਤ ਜਿਹੜੇ ਨੇ ਨਾ, ਉਹ ਬੜੇ ਪੈਨ ਨੇ, ਵੈਰੀ ਪੈਨ, ਬੜੇ ਵਾਈਡ ਨੇ। ਕਿਤੇ ਮਤਲਬ ਇੱਕ ਐਸਪੈਕਟ ਨਹੀਂ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਐਸਪੈਕਟ ਬੜਾ ਵਾਈਡ ਹੈ। ਪਤਾ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਧਰਤੀ ਦੇ ਗ੍ਰੰਥਾਂ ਦੀ ਬੜੀ ਨੌਲੇਜ ਹੈ। ਪੁਰਾਣਾ ਬਾਬਤ ਵੀ ਗੁਰੂ ਸਾਹਿਬ ਜਾਣਦੇ ਹੈ, ਵੇਦਾਂ ਬਾਰੇ ਵੀ ਜਾਣਦੇ ਹੈ, ਇਸ ਧਰਤੀ ਦੇ ਇਤਿਹਾਸ ਤੇ ਮਿਥਿਹਾਸ ਦੋਨਾਂ ਤੋਂ ਜਾਣੂ ਨੇ। ਕਿ ਇਕੱਲਾ ਇਤਿਹਾਸ ਨਹੀਂ, ਜਿਹੜਾ ਮਿਥਿਹਾਸ ਹੈ ਜਿਹੜਾ ਕੋਈ ਰਿਸ਼ੀਆਂ ਮੁਨੀਆਂ ਵੱਲੋਂ ਬਸ ਦੁਨੀਆ ਨੂੰ ਸੇਧ ਦੇਣ ਵਾਸਤੇ ਹੀ ਲਿਖਿਆ ਗਿਆ, ਇਹਦਾ ਉਹ ਗੁਰੂ ਸਾਹਿਬ ਦੇ ਸ਼ਬਦਾਂ ਵਿੱਚੋਂ ਇਹ ਪਤਾ ਲੱਗਦਾ। ਕਿਉਂਕਿ ਜਿਹੜੇ ਸਤਿਗੁਰੂ ਜੀ ਨੇ ਮੈਟਾਫੋਰਸ ਤੇ ਸਿੰਬਲਸ ਵਰਤੇ ਨੇ ਨਾ, ਬੜੇ ਕਮਾਲ ਦੇ ਨੇ। 20 ਤੋਂ ਵੱਧ ਸਿੰਬਲਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚ, ਮੈਟਾਫੋਰਸ ਨੇ। ਜਿਸ ਤਰ੍ਹਾਂ ਦੁਨੀਆ ਨੂੰ ਬੱਦਲਾਂ ਦੀ ਛਾਂ ਆਖਿਆ ਗਿਆ, ਦੁਨੀਆ ਨੂੰ, ਸੰਸਾਰ ਨੂੰ ਸੁਪਨਾ ਆਖਿਆ ਗਿਆ, ਰੰਗ ਦਾ ਤਮਾਸ਼ਾ ਆਖਿਆ ਗਿਆ, ਮ੍ਰਿਗ ਤ੍ਰਿਸ਼ਨਾ ਆਖਿਆ ਗਿਆ, ਮਿਰਾਜ, ਹਿਰਨ ਭਜਦਾ ਰਹਿੰਦਾ ਮਰੂਥਲ ਦੇ ਵਿੱਚ, ਉਹਨੂੰ ਲੱਗਦਾ ਪਾਣੀ ਹੈ ਪਾਣੀ ਹੈ ਪਾਣੀ ਹੈ, ਭਜਦਾ ਭਜਦਾ ਖਤਮ ਹੋ ਜਾਂਦਾ। ਇਹ ਸਾਰਾ ਕੁਝ ਮਿਥਿਹਾਸਕ ਘਟਨਾਵਾਂ ਤੇ ਇਹ ਜੀਵਨ ਨੂੰ ਗੁਰੂ ਸਾਹਿਬ ਨੇ ਇਹਦੇ ਨਾਲ ਜੋੜਿਆ। ਹਾਥੀ ਦਾ ਜ਼ਿਕਰ ਕੀਤਾ ਜਿਹੜਾ ਸ਼੍ਰੀਮਦ ਭਗਵਤਮ ਦੇ ਵਿੱਚ ਆਇਆ, ਜਾਂ ਭਗਵਤ ਪੁਰਾਣ ਦੇ ਜਿਹੜੇ ਖਾਸ ਕਰਕੇ ਐਗਜ਼ਾਮਪਲਸ ਨੇ ਨਾ, ਸਾਨੂੰ ਸਮਝਾਉਣ ਲਈ, ਦੁਨੀਆ ਦੇ ਲੋਕਾਂ ਨੂੰ ਸਮਝਾਉਣ ਲਈ ਇਹ ਸਤਿਗੁਰੂ ਜੀ ਨੇ ਵਰਤੇ ਆ। ਪਰ ਇਹਦੇ ਵਿੱਚ ਅਸੀਂ ਗੁੜਨਾ ਨਹੀਂ ਹੈ, ਇਹਦੇ ਨਾਲ ਸਾਡਾ ਸੰਬੰਧ ਨਹੀਂ ਹੈ। ਸੰਬੰਧ ਸਾਡਾ ਸਿਰਫ ਇੰਨਾ ਹੈ ਕਿ ਜੇ ਹਾਥੀ ਰੱਬ ਅੱਗੇ ਅਰਦਾਸ ਕਰੇ ਤੇ ਰੱਬ ਉਹਨੂੰ ਬਚਾ ਲੈਂਦਾ। ਬੰਦਿਆ, ਤੂੰ ਤੇ ਫਿਰ ਮਹਾ ਸਿਆਣਾ ਹੈ, ਤੂੰ ਕਿਉਂ ਨਹੀਂ ਆਪਣੀ ਮੱਤ ਨੂੰ, ਆਪਣੇ ਜ਼ੋਰ ਨੂੰ ਤਿਆਗ ਕੇ ਰੱਬ ਦੇ ਅੱਗੇ ਆਪਣਾ ਆਪ ਸਮਰਪਣ ਕਰਦਾ। ਗੱਜ ਕੋ ਤਰਾਸ ਦਾ ਜ਼ਿਕਰ ਕੀਤਾ, ਹਾਥੀ ਆਇਆ ਸਵਾਨ ਕੁੱਤਾ, ਸਾਨੂੰ ਸਤਿਗੁਰ ਜੀ ਨੇ ਸਵਾਨ ਆਖਿਆ, ਕੁੱਤੇ ਦੀ ਪੂੰਛ 12 ਸਾਲ ਵੰਜਲੀ ਵਿੱਚ ਰੱਖ ਲਓ, ਟੇਡੀ ਦੀ ਟੇਡੀ ਹੈ। ਸਤਿਗੁਰੂ ਜੀ ਨੇ ਐਗਜ਼ਾਮਪਲ ਵਰਤੇ ਨੇ। ਗਨਕਾ ਦਾ ਐਗਜ਼ਾਮਪਲ ਆਇਆ, ਅਜਾਮਲ ਦਾ ਆਇਆ, ਧਰੂ ਦਾ ਆਇਆ, ਸ਼ੀਸ਼ਾ, ਦਰਪਣ। ਸਤਿਗੁਰੂ ਜੀ ਨੇ ਕਿਹਾ ਕਿ ਤੇਰੇ ਅੰਦਰ ਰੱਬ ਇਉਂ ਵਸਦਾ ਜਿਸ ਤਰ੍ਹਾਂ ਸ਼ੀਸ਼ੇ ਦੇ ਅੰਦਰ ਛਾਈ ਹੈ, ਕਿ ਪਹੁਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ। ਬਾਲੂ, ਰੇਤ ਦੇ ਘਰ, ਸੰਸਾਰ ਜੀਵਨ ਜੋ ਅਸੀਂ ਸੋਚ ਰਹੇ ਹਾਂ ਨਾ, ਇਹ ਬਾਲੂ ਦੀ ਦੀਵਾਰ ਹੈ, ਰੇਤ ਦੀ ਦੀਵਾਰ ਹੈ। ਪਸ਼ੂਆਂ ਵਾਂਗ ਢਿੱਡ ਭਰਨਾ, ਪਾਣੀ ਦਾ ਬੁਲਬੁਲਾ, ਦੀਵਾਰ ਉੱਤੇ ਚਿੱਤਰੀ ਹੋਈ ਮੂਰਤ, ਇੱਕ ਤਸਵੀਰ ਜਿਹੜੀ ਫਿੱਕੀ ਪੈ ਜਾਂਦੀ ਹੈ। ਪੰਚਾਲੀ ਦਾ ਜ਼ਿਕਰ ਹੈ, ਕੁੰਚਰ ਦਾ। ਇਹ ਸਾਰੇ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਦ੍ਰਿਸ਼ਟਾਂਤ ਲਏ ਨੇ,
ਸਮਝਾਉਣ ਵਾਸਤੇ। ਜਿਸ ਤਰ੍ਹਾਂ ਬਾਲੂ ਦਾ ਬਰੇਤ ਦਾ ਦ੍ਰਿਸ਼ਟਾਂਤ ਲਿਆ, ਸੁਪਨੇ ਜਿਉ ਧੋਣ ਵਾਸਤੇ। ਜਿਸ ਤਰ੍ਹਾਂ ਬਾਲੂ ਦਾ ਬਰੇਤ ਦਾ ਦ੍ਰਿਸ਼ਟਾਂਤ ਲਿਆ, ਸੁਪਨੇ ਜਿਉ ਧਨ ਪਛਾਨ ਕਾਹੇ, ਪਰ ਕਰਤਮਾਨ ਬਾਰੂ ਕੀ ਪੀਤ ਜੈਸੇ ਬਸੁਦਾ ਕੋ ਰਾਜ ਹੈ। ਕਿਸ ਧਰਤੀ ਦੇ ਉੱਤੇ ਰਾਜ ਇੱਕ ਬੱਚਿਆਂ ਵੱਲੋਂ ਸਮੁੰਦਰ ਦੇ ਕੰਢੇ ਬਣਾਏ ਹੋਏ ਮਿੱਟੀ ਦੇ ਘਰ ਦੀ ਤਰ੍ਹਾਂ ਹੀ ਹੈ। ਇੱਕ ਲਹਿਰ ਆਈ ਤੇ ਸਾਰਾ ਕੁਝ ਢਹਿ ਢੇਰੀ ਹੋ ਜਾਏਗਾ। ਉਹ ਬੰਦਿਆ, ਰੱਬ ਦੀ ਕਾਲ ਦੀ ਜਿਹੜੀ ਬਿਰਤੀ ਹੈ, ਉਹ ਇੱਕ ਲਹਿਰ ਆਈ ਤੇ ਸਭ ਢਹਿ ਢੇਰੀ ਕਰਨ ਵਾਲੀ ਹੈ। ਤੂੰ ਆਪਣੇ ਉੱਤੇ ਮਾਣ ਨਾ ਕਰ। ਜੈ ਜੈਵੰਤੀ ਰਾਗ ਦੇ ਵਿੱਚ ਹੈ, ਸੁਪਨੇ ਜਿਉ ਧਨ ਪਛਾਨ, ਇਹ ਜਿਹੜਾ ਅਸੀਂ ਪੜ੍ਹਿਆ। ਸ਼ਲੋਕ ਦੇ ਵਿੱਚ ਵੀ ਹੈ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮਿਤ ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਭੀਤ। ਰੇਤ ਦੀ ਕੰਧ ਸਦਾ ਟਿਕੀ ਨਹੀਂ ਰਹਿ ਸਕਦੀ। ਬੱਦਲਾਂ ਦੀ ਛਾਂ, ਕਿ ਕੋਈ ਬੰਦਾ ਕਹੇ ਕਿ ਮੇਰੇ ਸਿਰ ਦੇ ਉੱਤੇ ਬੱਦਲ ਦੀ ਛਾਂ, ਲੈ ਮੈਂ ਤੇ ਬਹੁਤ ਕਿਸਮਤ ਵਾਲਾ ਹੋ ਗਿਆ। ਪਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਬੱਦਲ ਦੀ ਛਾਂ ਤੇਰੇ ਉੱਤੇ ਹੈ, ਇਹ ਤੇ ਸੈਂਕੜਿਆਂ ਦੇ ਉੱਤੋਂ ਹੋ ਕੇ ਆਈ ਹੈ, ਤੇ ਅੱਗੋਂ ਤੇਰੇ ਸਿਰ ਤੇ ਵੀ ਨਹੀਂ ਰਹਿਣੀ, ਇਹ ਅੱਗੇ ਚਲੀ ਜਾਣੀ ਹੈ। ਇਵੇਂ ਤੂੰ ਮਾਇਆ ਦਾ ਗੁਮਾਨ ਨਾ ਕਰ, ਆਪਣੇ ਤਨ ਦਾ ਗੁਮਾਨ ਨਾ ਕਰ, ਆਪਣੀ ਤਾਕਤਾਂ ਦਾ ਗੁਮਾਨ ਨਾ ਕਰ। ਇਹ ਤੇ ਬੱਦਲ ਦੀ ਛਾਂ ਹੈ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਗੌੜੀ ਮਹੱਲਾ ਨਾਵਾਂ। ਮਹਾਰਾਜ ਜੀ ਨੇ ਕਿਹਾ ਕਿ ਇਹ ਸਮਝ ਲੈ, ਬਾਦਰ ਦੀ ਛਾਂ ਹੈ। ਸਾਰੰਗ ਰਾਗ ਦੇ ਵਿੱਚ ਸਤਿਗੁਰੂ ਜੀ ਦਾ ਸ਼ਬਦ ਕਮਾਲ ਦਾ ਹੈ, ਕਹਾ ਮਨ ਵਿਖਿਆ ਸਿਉ ਲਪਟਾਈ। ਕਿਉਂ ਇਸ ਤਨ ਨੂੰ, ਇਸ ਸੰਸਾਰ ਨੂੰ ਤੂੰ ਸੱਚ ਕਰਕੇ ਮੰਨੀ ਬੈਠਾ ਹੈ। ਯਾ ਜਗ ਮਹਿ ਕੋ ਰਹਿਨ ਨਾ ਪਾਵੈ, ਇੱਕ ਆਵੈ ਇੱਕ ਜਾਹੀ। ਇੱਥੇ ਤੇਰੇ ਵਰਗੇ ਕਈ ਆਏ ਨੇ ਤੇ ਕਈ ਇੱਥੇ ਪੂਰਾਂ ਦੇ ਪੂਰ ਜਾ ਰਹੇ ਨੇ। ਤੋ ਇਹ ਇਸ ਤਰ੍ਹਾਂ ਹੈ। ਕੁੰਚਰ ਇਸ਼ਨਾਨ ਦਾ ਜ਼ਿਕਰ ਕੀਤਾ। ਸ਼ਲੋਕ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਮਨ ਜਿੰਨਾ ਚਿਰ ਤੱਕ ਸੁੱਚਾ ਨਹੀਂ ਹੋਇਆ, ਉਹਨਾਂ ਚਿਰ ਤੱਕ ਇਹ ਹਾਥੀ ਦੀ ਤਰ੍ਹਾਂ ਹੈ। ਤੇ ਹਾਥੀ ਦਾ ਸੁਭਾਅ ਕੀ ਹੈ ਬੱਚਿਓ, ਤੁਸੀਂ ਜਾਣਦੇ ਹੋ, ਯੂ ਆਲ ਨੋ ਅਬਾਊਟ ਐਲੀਫੈਂਟ, ਕਿ ਜੇ ਹਾਥੀ ਦਾ ਮਹਾਵਤ ਜਿਹੜਾ ਉਹਦਾ ਮਾਲਕ ਹੁੰਦਾ ਹੈ, ਉਹਨੂੰ ਪਾਣੀ ਵਿੱਚ, ਛੱਪੜ ਵਿੱਚ, ਪੌਂਡ ਦੇ ਵਿੱਚ ਨਵਾ ਕੇ ਲਿਆਉਂਦਾ, ਤੇ ਹਾਥੀ ਹੁਣੇ ਨਹਾ ਕੇ ਆਇਆ ਤੇ ਬਾਹਰ ਆਂਦੇ ਸਾਰ ਉਹ ਜਿਹੜਾ ਨਦੀ ਦੇ ਕਿਨਾਰੇ ਜਾਂ ਛੱਪੜ ਦੇ ਕਿਨਾਰੇ ਚਿੱਕੜ ਹੁੰਦਾ, ਉਹ ਆਪਣੀ ਟਰੰਕ, ਆਪਣੀ ਸੂੰਡ ਵਿੱਚ ਭਰ ਕੇ ਆਪਣੇ ਉੱਤੇ ਸੁੱਟਣਾ ਸ਼ੁਰੂ ਕਰ ਦਿੰਦਾ। ਤੇ ਉਹ ਮਹਾਵਤ ਮੱਥੇ ਤੇ ਹੱਥ ਮਾਰਦਾ, ਹੱਦ ਹੋ ਗਈ, ਤੈਨੂੰ ਨਵਾਏ ਦਾ ਫਾਇਦਾ ਕੀ, ਤੂੰ ਇੱਕ ਖਿੰਦ ਦੇ ਵਿੱਚ ਆਪਣੇ ਉੱਤੇ ਚਿੱਕੜ ਸੁੱਟਦਾ। ਤੇ ਗੁਰੂ ਤੇਗ ਬਹਾਦਰ ਇਹ ਸਮਝਾਉਂਦੇ ਆ ਕਿ ਬੰਦੇ ਦੇ ਨਹਾਉਣ ਦਾ ਫਾਇਦਾ ਕੀ, ਬੰਦੇ ਦੇ ਇਸ਼ਨਾਨ ਕਰਨ ਦਾ ਫਾਇਦਾ ਕੀ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਤੇਰੇ ਵਰਤ ਕਰਨ ਦਾ, ਦਾਨ ਕਰਨ ਦਾ ਤੈਨੂੰ ਲੱਗਦਾ ਤੂੰ ਸੁੱਚਾ ਹੋ ਗਿਆ, ਤੂੰ ਬੜਾ ਪਾਵਨ ਹੋ ਗਿਆ, ਤੇ ਤੂੰ ਬਹੁਤ ਮਹਾਨ ਹੋ ਗਿਆ, ਬ੍ਰਹਮ ਗਿਆਨੀ ਹੋ ਗਿਆ ਤੀਰਥਾਂ ਦੇ ਕਰਨ ਨਾਲ, ਦਾਨ ਦੇਣ ਨਾਲ। ਨਹੀਂ, ਮਹਾਰਾਜ ਕਹਿੰਦੇ ਗੁਮਾਨ ਜੇ ਤੇਰੇ ਮਨ ਦੇ ਵਿੱਚ ਆ ਗਿਆ ਨਾ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਜਿਵੇਂ ਹਾਥੀ ਦਾ ਨਵਾਉਣਾ, ਬਸ ਇੱਕ ਖਿੰਦ ਹੈ, ਬਾਹਰ ਪੈਰ ਧਰਿਆ ਤੇ ਚਿੱਕੜ ਸੁੱਟਿਆ। ਅਸੀਂ ਵੀ ਦਾਨ ਬਸ ਦਿੱਤਾ, ਦਾਨ ਦੇਣ ਤੋਂ ਬਾਅਦ ਅਸੀਂ ਦੱਸੀਏ ਲੋਕਾਂ ਨੂੰ ਅਸੀਂ ਕਰਦੇ ਹਾਂ, ਅਸੀਂ ਵੀ ਹਾਂ। ਬਸ ਮਹਾਰਾਜ ਕਹਿੰਦੇ ਕੁੰਚਰ ਦੀ ਤਰ੍ਹਾਂ ਆਪਣੇ ਪਿੰਡੇ ਤੇ ਚਿੱਕੜ ਸੁੱਟ ਲਿਆ। ਪਾਣੀ ਦਾ ਬੁਲਬੁਲਾ ਆਖਿਆ ਮਹਾਰਾਜ ਜੀ ਨੇ ਜੀਵਨ ਨੂੰ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਗੁਮਾਨ ਨਾ ਕਰ, ਬੁਲਬੁਲੇ ਨੂੰ ਤੇ ਬਸ ਇੱਕ ਹਵਾ ਦਾ ਝੋਕਾ ਹੀ ਕਾਫੀ ਹੈ। ਤੇਰੇ ਤਨ ਦਾ ਵੀ ਇਹੀ ਹਾਲ ਹੈ। ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਸੱਚੇ ਪਾਤਸ਼ਾਹ ਕਹਿੰਦੇ, ਬੰਦਿਆ ਕਿ ਕਹਾ ਬਿਸਾਸਾ ਇਸ ਭਾਂਡੇ ਕਾ, ਇਤਨਗ ਲਾਗੇ ਟਨਗਾ। ਆ ਬੁਲਬੁਲੇ ਦੀ ਨਹੀਂ ਆਈ, ਇਹ ਤਨ ਹੈ, ਇਹ ਜੀਵਨ ਹੈ। ਇਹਦਾ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਰ ਕੇਰੇ ਪਤ ਜਿਉ ਢਲ ਢੁਲ ਜੁੰਮਣ ਹਾਰ। ਇਹ ਤੇ ਕੁਛ ਇੱਥੇ ਰਹਿਣ ਵਾਲਾ ਨਹੀਂ ਹੈ। ਰੰਗ ਮਾਣ ਲੈ ਪਿਆਰਿਆ, ਜੋ ਜੋਬਨ ਨੂੰ ਹੁੱਲਾ, ਦਿਨ ਥੋੜੜੇ ਥੱਕੇ ਭਏ ਪੁਰਾਣਾ ਚੋਲੜਾ। ਤੂੰ ਆਪਣਾ ਸਮਝ ਜੀਵਨ ਨੂੰ ਸਮਝਾ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਬੜੀ ਆਸ਼ਾਵਾਦੀ ਹੈ ਔਰ ਬੜੀ ਆਪਟੀਮਿਸਟਿਕ ਹੈ। ਕਿੱਥੇ ਵੀ ਢਹਿੰਦੀ ਕਲਾ ਦੀ ਜਿੱਥੇ ਗੱਲ ਕਰਦੇ ਹੈ ਸਤਿਗੁਰੂ ਜੀ, ਇਹ ਦੱਸਦੇ ਆ ਕਿ ਇਹ ਜਗਤ ਰਚਨਾ ਝੂਠ ਹੈ। ਜਿੱਥੇ ਮਨ ਨਿਰਾਸ਼ ਹੋਣ ਲੱਗਦਾ ਹੈ, ਉੱਥੇ ਸਤਿਗੁਰੂ ਜੀ ਅਗਲੀ ਤੁਕ ਦੇ ਵਿੱਚ ਇੱਕ ਆਪਟੀਮਿਸਟਿਕ, ਇੱਕ ਐਂਥੂਸੀਆਸਟਿਕ, ਇੱਕ ਚਾਉ ਪੈਦਾ ਕਰ ਦਿੰਦੇ ਆ ਕਿ ਤੂੰ ਪ੍ਰਭੂ ਦੇ ਨਾਮ ਨਾਲ ਜੁੜ, ਇਹ ਸਦਾ ਰਹਿਣ ਵਾਲਾ ਹੈ। ਨਾਮ ਰਹੋ, ਸਾਧੂ ਰਹੋ, ਰਹੋ ਗੁਰੂ ਗੋਬਿੰਦ। ਜਾਂ ਜਿਹੜੀ ਚੀਜ਼ ਸਦਾ ਰਹਿਣ ਵਾਲੀ ਹੈ, ਹਰ ਜਸ ਰੇ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਅਜਾਮਲ ਦਾ ਜ਼ਿਕਰ ਕੀਤਾ। ਹੁਣ ਅਜਾਮਲ ਇੱਕ ਪਾਪੀ ਸੀ, ਬਹੁਤ ਵੱਡਾ ਬ੍ਰਾਹਮਣ ਸੀ, ਪਰ ਪਾਪ ਕਰ ਬੈਠਾ। ਇੱਕ ਵੇਸ਼ਵਾ ਨੂੰ ਉਹਨੇ ਆਪਣੇ ਘਰ ਰੱਖ ਲਿਆ ਤੇ ਦੁਖੀ ਹੋ ਗਿਆ, ਬਹੁਤ ਜ਼ਿਆਦਾ ਮਾੜੇ ਕਰਮ ਕਰਨ ਲੱਗ ਗਿਆ। ਉਹਦੇ ਘਰ ਪੁੱਤਰ ਪੈਦਾ ਹੋਣ ਲੱਗਾ ਸੀ ਤੇ ਉਹ ਕਹਿੰਦਾ, ਮੈਂ
ਵੇਸ਼ਵਾ ਦੇ ਪੁੱਤਰ ਦਾ ਮੂੰਹ ਨਹੀਂ ਦੇਖ ਸਕਦਾ, ਇਹ ਮੈਂ ਪਾਪ ਕੀਤਾ, ਇਹਨੂੰ ਵਿਆਹ ਕੇ ਨਹੀਂ ਲਿਆਇਆ। ਆਤਮ ਹੱਤਿਆ ਕਰਨ ਵਾਸਤੇ ਤੁਰ ਪਿਆ ਤੇ ਅਜਾਮਲ ਦਾ ਗੁਰੂ ਮਿਲ ਗਿਆ ਉਹਨੂੰ ਰਸਤੇ 'ਚ, ਜਿਸ ਤੋਂ ਉਹਨੇ ਵਿਦਿਆ ਲਈ ਸੀ ਵੇਦਾਂ ਦੀ। ਉਹਨੇ ਉਹਨੂੰ ਪਛਾਣ ਲਿਆ, ਉਹਨੇ ਕਿਹਾ ਅਜਾਮਲ ਕਿੱਥੇ ਤੁਰਦਾ ਹੈ? ਕਹਿੰਦਾ ਮੈਂ ਬਹੁਤ ਪਾਪ ਕੀਤੇ ਆ ਤੇ ਮੈਂ ਆਪਣੇ ਆਪ ਨੂੰ ਖਤਮ ਕਰਨ ਤੁਰਿਆ, ਮੈਂ ਬਹੁਤ ਦੁਖੀ ਹਾਂ। ਉਹਨੂੰ ਕਹਿ, ਉਹਦਾ ਜਿਹੜਾ ਉਸਤਾਦ ਹੁੰਦਾ ਉਹਨੂੰ ਸਮਝਾਉਂਦਾ, ਕਹਿੰਦਾ ਹਜੇ ਵੀ ਕੁਝ ਨਹੀਂ ਵਿਗੜਿਆ, ਇੱਕ ਕੰਮ ਕਰ, ਜਿਹੜੇ ਘਰ 'ਚ ਤੇਰਾ ਪੁੱਤਰ ਪੈਦਾ ਹੋਏਗਾ ਨਾ, ਉਹਦਾ ਨਾਮ ਤੂੰ ਮੇਰੇ ਤੋਂ ਪੁੱਛ ਕੇ ਰਖਵਾ ਦੀ, ਫਿਰ ਤੇਰੇ ਦੁੱਖ ਕੱਟੇ ਜਾਣਗੇ। ਕਹਿੰਦਾ ਅੱਛਾ ਐਵੇਂ ਵੀ ਹੋ ਜਾਂਦਾ? ਕਹਿੰਦਾ ਹਾਂ ਐਵੇਂ ਕਰ ਲੈ। ਉਹਦੇ ਘਰ, ਜਮਲ ਦੇ ਘਰ ਪੁੱਤਰ ਹੋਇਆ, ਉਸ ਪੁੱਤਰ ਦਾ ਨਾਮ ਉਹਦੇ ਉਸਤਾਦ ਨੇ ਨਾਰਾਇਣ ਰਖਵਾਤਾ ਕਿ ਇਹਦਾ ਨਾਮ ਨਾਰਾਇਣ ਰੱਖ ਦੇ। ਬਸ ਜਿਉਂ-ਜਿਉਂ ਅਜਾਮਲ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ, ਕਿਉਂਕਿ ਪੂਰਬਲੇ ਕਰਮ ਤੇ ਹੈਗੇ ਸੀ, ਨਾਮ ਤੇ ਜਪਿਆ ਹੋਇਆ ਸੀ, ਵੇਦਾਂ ਸ਼ਾਸਤਰਾਂ ਦਾ ਵੀ ਗਿਆਨ ਸੀ, ਚੰਗੀ ਸੰਗਤ ਵੀ ਕੀਤੀ ਹੋਈ ਸੀ, ਸੇਵਾ ਵੀ ਕੀਤੀ ਹੋਈ ਸੀ ਬੰਦਗੀ ਕਰਨ ਵਾਲੇ। ਉਹ ਨਾਰਾਇਣ ਨਾਰਾਇਣ ਬੋਲਣ ਦੇ ਬਹਾਨੇ ਰੱਬ ਦਾ ਨਾਂ ਲੈਂਦੇ ਲੈਂਦੇ ਉਹਦਾ ਮਨ ਨਿਰਮਲ ਹੋ ਗਿਆ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਏ ਨਿਸਤਾਰਾ, ਸੋਰਠ ਮਹੱਲਾ ਨਾਵਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾਮਨ, ਤੈਂ ਵੀ ਉਤਰਸ ਪਾਰਾ। ਹੁਣ ਇਹ ਅਜਾਮਲ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਸਾਡਾ ਕੋਈ ਰਾਬਤਾ ਨਹੀਂ, ਅਸੀਂ ਨਹੀਂ ਕੁਝ ਜਾਣਦੇ ਅਜਾਮਲ ਬਾਰੇ, ਪਰ ਗੁਰੂ ਸਾਹਿਬ ਕਹਿੰਦੇ ਜੇ ਅਜਾਮਲ ਪਾਪੀ ਵਰਗਾ ਵੀ ਤਰ ਸਕਦਾ ਹੈ ਨਾ, ਫਿਰ ਭਲਿਓ ਤੁਸੀਂ ਕਿਉਂ ਨਹੀਂ ਤਰ ਸਕਦੇ? ਤੁਹਾਡਾ ਵੀ ਨਿਰਾਸ਼ ਨਾ ਹੋ, ਆਪਣੀ ਜ਼ਿੰਦਗੀ ਨੂੰ ਖਤਮ ਕਰਨ ਵਾਲੇ ਨਾ ਪਾਸੇ ਤੁਰ ਪਇਓ ਕਿ ਮੈਂ ਕੋਈ ਗਲਤ ਕਦਮ ਨਾ ਚੱਕ ਲਿਓ ਆਪਣੇ ਜੀਵਨ ਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਅਜਾਮਲ ਤਰ ਸਕਦਾ ਤੇ ਫਿਰ ਤੇਰਾ ਵੀ ਪਾਰ ਉਤਾਰਾ ਹੋ ਸਕਦਾ ਹੈ। ਔਰ ਬਿਲਾਵਲ ਰਾਗ ਦੇ ਵਿੱਚ ਵੀ ਇਹ ਸ਼ਬਦ ਆਇਆ ਅਜਾਮਲ ਦਾ ਕਿ ਦੁੱਖ ਹਰਤਾ ਹਰ ਨਾਮ ਪਛਾਨੋ, ਅਜਾਮਲ ਗਨਕਾ ਜਿਹ ਸਿਮਰਤ ਮੁਕਤ ਭਏ ਜੀ ਜਾਨੋ। ਗਨਕਾ ਦਾ ਜ਼ਿਕਰ ਆਇਆ, ਗਨਕਾ ਪਾਪਨ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ। ਉਸ ਦੇ ਘਰ ਦੇ ਵਿੱਚ ਇੱਕ ਬੰਦਗੀ ਕਰਨ ਵਾਲਾ ਪਹੁੰਚ ਗਿਆ, ਗਨਕਾ ਵੈਸ਼ਵਾ ਸੀ। ਉਸ ਬੰਦਗੀ ਕਰਨ ਵਾਲੇ ਨੇ ਉਹਨੂੰ ਕਿਹਾ ਤੂੰ ਰਾਮ ਦਾ ਨਾਮ ਜਪਿਆ ਕਰ, ਰੱਬ ਰੱਬ ਕਰਿਆ ਕਰ, ਰੱਬ ਨੂੰ ਚੇਤੇ। ਉਹ ਕਹਿੰਦੀ ਮੈਂ ਤੇ ਪਾਪ ਕਰਦੀ ਹਾਂ, ਮੈਂ ਕਿਵੇਂ ਚੇਤੇ ਕਰਨਾ? ਉਹ ਬੰਦਗੀ ਕਰਨ ਵਾਲਾ ਉਹਨੂੰ ਤੋਤਾ ਦੇ ਗਿਆ, ਕਹਿੰਦੇ ਤੂੰ ਤੋਤੇ ਨੂੰ ਜਪਾ, ਤੋਤਾ ਤੈਨੂੰ ਜਪਾਏਗਾ। ਬਸ ਦੋਨੋਂ ਰਾਮ ਰਾਮ ਬੋਲਦੇ ਗਏ, ਰਮੇ ਹੋਏ ਰਾਮ ਨੂੰ ਚੇਤੇ ਕਰਦੇ ਗਏ। ਤੋਤੇ ਨੇ ਉਹਦਾ ਪਾਰ ਉਤਾਰਾ ਕਰਾਤਾ। ਗਨਕਾ ਦਾ ਇਹ ਜ਼ਿਕਰ ਆਇਆ, ਦੁੱਖ ਹਰਤਾ ਹਰ ਨਾਮ ਪਛਾਨੋ, ਅਜਾਮਲ ਗਨਕਾ ਜਿਹ ਸਿਮਰਤ ਮੁਕਤ ਭਏ ਜੀ ਜਾਨੋ। ਔਰ ਇਸ ਤੋਂ ਇਲਾਵਾ ਹਾਥੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਆਇਆ ਕਿ ਹਾਥੀ ਨੂੰ ਤੇਂਦੂਏ ਨੇ ਪਕੜ ਲਿਆ, ਪਾਣੀ ਪੀਣ ਗਿਆ ਸੀ ਹਾਥੀ, ਤੇ ਹਾਥੀ ਨੂੰ ਲੱਗਿਆ ਮੇਰੇ ਕੋਲ ਬੜੀ ਤਾਕਤ ਹੈ, ਮੈਨੂੰ ਕੋਈ ਕੁਝ ਨਹੀਂ ਕਹਿ ਸਕਦਾ। ਪਾਣੀ ਪੀਂਦਾ ਪੀਂਦਾ ਉਹ ਇੰਨਾ ਜ਼ਿਆਦਾ ਅਵੇਸਲਾ ਹੋ ਗਿਆ ਕਿ ਉਹਦੇ ਪੈਰ ਨੂੰ ਪਿੱਛੋਂ ਆ ਕੇ ਤੇਂਦੂਏ ਨੇ ਪਕੜ ਲਿਆ। ਨਦੀ ਦੇ ਕਿਨਾਰੇ ਖੜਾ ਸੀ, ਉਹਨੇ ਬੜਾ ਜ਼ੋਰ ਲਾਇਆ ਕਿ ਤੇਂਦੂਏ ਨੂੰ ਮੈਂ ਭਜਾ ਦਾਂ, ਆਪਣੇ ਪੈਰ ਨੂੰ ਛੁਡਾ ਲਾਂ। ਸਾਰੀ ਨਦੀ ਦੀ ਮਿੱਟੀ ਪੱਟ ਛੱਡੀ। ਜਦ ਪਾਣੀ ਦੇ ਵਿੱਚ ਡੁੱਬਣਾ ਹੱਕਾ ਹੋ ਗਿਆ ਨਾ, ਉਹਨੂੰ ਲੱਗਿਆ ਕਿ ਹੁਣ ਮੈਂ ਤੇਂਦੂਏ ਤੋਂ ਬਚ ਨਹੀਂ ਸਕਦਾ, ਮੇਰਾ ਜ਼ੋਰ ਖਤਮ ਹੋ ਗਿਆ, ਮੈਂ ਸਾਰਾ ਜ਼ੋਰ ਲਾਤਾ, ਹੁਣ ਮੇਰਾ ਕੁਝ ਨਹੀਂ ਹੋ ਸਕਦਾ, ਹੁਣ ਮੈਂ ਕੀ ਕਰਾਂ? ਉਹਨੇ ਉਸ ਹਾਥੀ ਨੇ ਉਸ ਵੇਲੇ ਰੱਬ ਨੂੰ ਚੇਤੇ ਕੀਤਾ, ਰੱਬ ਮੈਨੂੰ ਬਚਾ ਲੈ। ਸਾਡਾ ਹਾਥੀ ਨਾਲ ਕੋਈ ਮਤਲਬ ਨਹੀਂ ਹੈ, ਸਾਡਾ ਇਸ ਮਿਥਿਹਾਸ ਨਾਲ ਕੋਈ ਵਾਸਤਾ ਨਹੀਂ ਹੈ, ਬਸ ਸਾਡਾ ਵਾਸਤਾ ਇੰਨਾ ਹੈ ਕਿ ਸਭ ਤੋਂ ਤਾਕਤਵਰ ਜਾਨਵਰ ਵੀ ਜਿਹਦੀ ਤਾਕਤ ਸਭ ਤੋਂ ਵੱਧ ਮੰਨੀ ਜਾਂਦੀ ਹੈ, ਉਹਦੀ ਤਾਕਤ ਵੀ ਨਹੀਂ ਚਲਦੀ। ਕਿ ਬੰਦਿਆ ਤੂੰ ਜਿੰਨਾ ਮਰਜ਼ੀ ਤਾਕਤਵਰ ਹੈ, ਪਰ ਹਾਥੀ ਤੋਂ ਤਾਕਤਵਰ ਨਹੀਂ ਹੈ। ਯਾਦ ਰੱਖੀ, ਤੇਰੀਆਂ ਤਾਕਤਾਂ ਵੀ ਨਹੀਂ ਚੱਲਣੀਆਂ। ਜਿਸ ਤਰ੍ਹਾਂ ਹਾਥੀ ਨੇ ਆਪਨ ਸਮਰਪਣ ਕਰਕੇ ਰੱਬ ਨੂੰ ਫੁੱਲ ਭੇਟ ਕੀਤਾ, ਉਹਦਾ ਚੇਤਾ ਕੀਤਾ ਕਿ ਮੈਨੂੰ ਬਚਾ ਲੈ। ਬੰਦਿਆ ਜਦ ਤੂੰ ਇਹ ਦੇਖੇ ਨਾ ਕਿ ਤੇਰੀ ਤਾਕਤ ਖਤਮ ਹੋ ਗਈ ਹੈ, ਜਿਵੇਂ ਹਾਥੀ ਨੇ ਚੇਤਾ ਕੀਤਾ ਉਹ ਬਚ ਗਿਆ, ਤੂੰ ਵੀ ਚੇਤੇ ਕਰ, ਤੂੰ ਵੀ ਬਚ ਜਾਏਗਾ। ਇਹ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਣਾ ਚਾਹੁੰਦੇ ਆ। ਗੌੜੀ ਮਹੱਲਾ ਨਾਵਾਂ, ਪਤਿਤ ਪੁਨੀਤ ਦੀਨ ਬੰਦ ਹਰ, ਸ਼ਰਨ ਤਾਹੇ ਤੁਮ ਆਵੋ, ਗਜ ਕੋ ਤਰਾਸ ਮਿਟਿਓ ਜੇ ਸਿਮਰਤ, ਤੁਮ ਕਾਹੇ ਬਿਸਰਾਵੋ। ਔਰ ਸ਼ਲੋਕਾਂ ਦੇ ਵਿੱਚ ਦੋਹਰਾ ਜਿਹੜਾ ਪੜ੍ਹਦੇ ਆ ਉਹ ਇਹੀ ਹੈ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਉ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਤੇ ਨਾਲ ਉੱਤਰ ਵੀ ਦਿੱਤਾ ਸਤਿਗੁਰੂ ਜੀ ਨੇ, ਜੇ ਉਹਨੂੰ ਚੇਤੇ ਕੀਤਾ ਤੇ ਫਿਰ ਬਲ ਛੁਟਕਿਓ ਬੰਧਨ ਪਰੇ, ਇਹ ਨਹੀਂ ਹੁਣ ਫਿਰ ਬਲ ਹੋਆ ਬੰਧਨ ਛੁਟੇ, ਸਭ ਕੁਝ ਹੋਤ ਉਪਾਏ, ਨਾਨਕ ਸਭ ਕੁਝ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਇਹ ਸਤਿਗੁਰੂ ਜੀ ਦਾ ਫਿਰ ਮੁਕਤੀ ਦਾ ਸੰਕਲਪ ਬਹੁਤ ਹੈ ਕਿ ਪ੍ਰਭੂ ਦਾ ਨਾਮ ਜਪਣਾ ਅਸਲ ਮੁਕਤੀ ਹੈ। ਬਲਕਿ
ਆਪਣੇ ਘਰ-ਬਾਰ ਗ੍ਰਸਤ ਨੂੰ ਛੱਡ ਕੇ ਪਹਾੜਾਂ ਵਿੱਚ ਜਾਣਾ, ਕਾਹੇ ਰੇਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਉਹ ਅੰਦਰ ਹੀ ਹੈ। ਗ੍ਰਸਤ ਵਿੱਚ ਰਹਿ ਕੇ ਆਪਣੇ ਕਰਮਾਂ ਨੂੰ, ਆਪਣੇ ਕਾਜਾਂ ਨੂੰ, ਵਿੱਦਿਆ ਪੜ੍ਹੋ, ਪੜ੍ਹਾਈ ਕਰੋ, ਨੌਕਰੀਆਂ ਕਰਨੀਆਂ, ਚੰਗੇ ਕਾਰਜ ਕਰਨੇ, ਭਲਾ ਕਰਨਾ ਦਸਵੰਧ, ਇਹੀ ਮੁਕਤੀ ਦਾ ਮਾਰਗ ਬਣ ਸਕਦਾ ਜੇ ਇਹਦੇ ਵਿੱਚ ਤੁਸੀਂ ਬੰਦਗੀ ਕਰੋ ਤੇ। ਸਤਿਗੁਰੂ ਜੀ ਨੇ ਉਸਤਤ ਨਿੰਦਾ ਤੋਂ ਉਠਾਇਆ ਔਰ ਇਹ ਵੀ ਆਖਿਆ, ਸਾਧੂ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਵਾਸ਼ਨਾ ਵਿਕਾਰਾਂ ਦੇ ਵਿੱਚ ਇਹਨੂੰ ਬਿਰਥਾ ਨਾ ਗਵਾਓ। ਔਰ ਗ੍ਰਸਤ ਜੀਵਨ ਦੇ ਉੱਤੇ ਸਤਿਗੁਰੂ ਜੀ ਨੇ ਬਹੁਤ ਜ਼ੋਰ ਦਿੱਤਾ ਹੈ ਕਿ ਗ੍ਰਸਤ ਜੀਵਨ ਸਭ ਤੋਂ ਸਿਰਮੌਰ ਹੈ ਔਰ ਰੱਬ ਅੰਦਰ ਹੀ ਵਸਦਾ ਹੈ। ਪਹੁਪ ਮਦ ਜਿਉ ਬਾਸ ਬਸਤ ਹੈ, ਮੁਕਰਮਾਏ ਜੈਸੇ ਛਾਈ, ਔਰ ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਪਾਈ। ਕਿੱਥੇ ਬਾਹਰ ਭੱਜਣ ਦੀ ਲੋੜ ਨਹੀਂ ਹੈ, ਬਾਹਰ ਭੀਤਰ ਇੱਕੋ ਜਾਨੋ। ਜਿਹੜੇ ਲੋਕ ਪਹਾੜਾਂ ਦੀ ਕੰਦਰਾਂ 'ਚ ਗਏ ਉਹ ਕੋਈ ਬ੍ਰਹਮ ਗਿਆਨੀ ਨਹੀਂ ਬਣ ਜਾਣਗੇ। ਘਰ ਬੈਠੇ ਤੁਸੀਂ ਆਪਣਾ ਜੀਵਨ, ਆਪਣੀ ਜ਼ਿੰਮੇਵਾਰੀਆਂ ਨੂੰ ਸਮਝੋ, ਸੱਚ ਮਾਰਗ ਤੇ ਤੁਰੋ। ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ। ਚੀਨੈ ਮਤਲਬ ਆਪਣੇ ਆਪ ਦੀ ਪਛਾਣ ਕੀਤੇ ਬਿਨਾ, ਮਿਟੈ ਨਾ ਭਰਮ ਕੀ ਕਾਈ। ਇਹ ਦੁੱਖਾਂ ਤੋਂ ਨਹੀਂ ਕੋਈ ਬਚ ਸਕਦਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਨੁੱਖੀ ਜੀਵਨ ਦੀ ਸਾਰਥਕਤਾ ਹੈ ਕਿ ਮਨੁੱਖੀ ਜੀਵਨ ਕਿੰਨਾ ਕੀਮਤੀ ਹੈ, ਕਿ ਇਸ ਜੀਵਨ ਨੂੰ ਵਿਅਰਥ ਨਾ ਗਵਾਓ। ਇਹ ਬਹੁਤ ਭਾਗਾਂ ਨਾਲ ਮਿਲਦਾ ਹੈ। ਜੇ ਜੀਵਨ ਵਿਅਰਥ ਚਲਾ ਗਿਆ ਤੇ ਫਿਰ ਇਹ ਮੌਕਾ ਦੁਬਾਰਾ ਨਹੀਂ ਮਿਲਣਾ। ਇਹਨੂੰ ਵੀ ਗੁਰੂ ਸਾਹਿਬ ਇਹ ਦੱਸਦੇ ਆ ਕਿ ਸੰਸਾਰਕ ਪਦਾਰਥ, ਰਿਸ਼ਤੇ, ਨਾਤੇ, ਇਹ ਸਭ ਨਾਸ਼ਮਾਨਤ ਹੈ, ਇਹ ਸਭ ਅਸਥਿਰ ਹੈ। ਇੱਕ ਪ੍ਰਭੂ ਦਾ ਨਾਮ ਥਿਰ ਹੈ, ਉਹਨੂੰ ਆਪਣੇ ਜੀਵਨ ਦੇ ਵਿੱਚ ਚੇਤੇ ਕਰੋ। ਔਰ ਇਹਦਾ ਵੀ ਸਤਿਗੁਰੂ ਜੀ ਨੇ ਬਾਣੀ 'ਚ ਬਾਰੰਬਾਰ ਜ਼ਿਕਰ ਕੀਤਾ। ਔਰ ਇਸ ਤੋਂ ਅਲੱਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, ਸਭ ਤੋਂ ਜਿਹੜਾ ਖੂਬਸੂਰਤ ਐਸਪੈਕਟ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ, ਉਹ ਹੈ ਨਾਮ ਸਿਮਰਨ। ਅਸੀਂ ਇਸ ਐਸਪੈਕਟ ਵੱਲ ਆਈਏ, ਸਤਿਗੁਰੂ ਜੀ ਦੀ ਬਾਣੀ ਦੇ ਨਾਮ ਸਿਮਰਨ ਦੇ ਐਸਪੈਕਟ ਵੱਲ। ਇਹ ਸਭ ਤੋਂ ਖੂਬਸੂਰਤ ਹੈ। ਇਹਦੇ ਵਿੱਚ ਸਤਿਗੁਰੂ ਜੀ ਪ੍ਰੇਮਾ ਭਗਤੀ, ਅਨਕੰਡੀਸ਼ਨਲ ਲਵ ਪ੍ਰਭੂ ਦੇ ਨਾਲ, ਔਰ ਇਸ ਪ੍ਰੇਮ ਦੇ ਵਿੱਚ ਮਨੁੱਖ ਦੇ ਸਾਰੇ ਕੀਤੇ ਹੋਏ ਪਾਪ ਤੇ ਕੁਕਰਮ ਧੁੱਲ ਜਾਂਦੇ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨਾ, ਸਾਚ ਕਹੂੰ ਸੁਣ ਲਿਓ, ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹੀ ਬਸ ਸਮਝੋ ਕਿ ਪ੍ਰੇਮ ਹੀ ਹੈ ਸਤਿਗੁਰੂ ਜੀ ਦੀ ਸਾਰੀ ਬਾਣੀ। ਕਿੱਥੇ ਝਿੜਕ ਵੀ ਮਾਰੀ ਹੈ ਤੇ ਬੜੀ ਪ੍ਰੇਮ ਦੇ ਨਾਲ ਮਾਰੀ ਹੈ। ਜਿਸ ਤਰ੍ਹਾਂ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਕਿ ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਪ੍ਰਭੂ ਦੇ ਭਜਨ ਦੇ ਵਿੱਚ ਚੇਤਾ ਕਰ। ਇਹ ਪ੍ਰੇਮਾ ਭਗਤੀ ਹੈ ਕਿ ਇਹ ਮਾਨਸ ਜਨਮ ਤੈਨੂੰ ਦੁਬਾਰਾ ਨਹੀਂ ਮਿਲਣਾ। ਮਨ ਮੂਰਖ ਅਜੂ ਨਹਿ ਸਮਝਤ, ਸਿੱਖਦਾ ਹਾਰਿਓ ਨੀਤ। ਮੈਂ ਤੈਨੂੰ ਬਾਰ-ਬਾਰ ਸਮਝਾ ਰਿਹਾ, ਨਾਨਕ ਭਵਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਜੇ ਤੂੰ ਪ੍ਰਭੂ ਦੇ ਗੀਤ, ਪ੍ਰਭੂ ਦੀ ਆਰਾਧਨਾ ਕਰੇਗਾ ਤੇ ਤੂੰ ਤਰ ਜਾਏਗਾ। ਇੱਥੇ ਬੜੇ ਤਰ ਗਏ। ਬਹੁਤ ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਏ ਨਿਸਤਾਰਾ। ਉਹ ਨਿਮਖ ਦੇ ਵਿੱਚ ਤਰ ਗਿਆ, ਉਹ ਰੱਬ ਦਾ ਨਾਮ ਚੇਤੇ। ਤੇ ਤੂੰ ਵੀ ਉਹਦਾ ਸਿਮਰਨ ਕਰ, ਉਹਦੀ ਬੰਦਗੀ ਕਰ। ਨਾਨਕ ਕਹਿਤ ਚੇਤ ਚਿੰਤਾਮਨ, ਤੈਂ ਵੀ ਉਤਰਸ ਪਾਰਾ। ਜਿਹੜਾ ਸਭ ਦੇ ਮਨਾਂ ਦੀ ਜਾਣਦਾ, ਸਾਰੀਆਂ ਚਿੰਤਾਵਾਂ ਨੂੰ ਨਾਸ਼ ਕਰਨ ਵਾਲਾ ਹੈ, ਤੂੰ ਉਹਦਾ ਚੇਤਾ ਕਰ, ਉਹ ਤੇਰਾ ਪਾਰ ਉਤਾਰਾ ਕਰੇਗਾ। ਔਰ ਇਹ ਨਾਮ ਕੋਈ ਬਾਹਰ ਨਹੀਂ ਹੈ, ਇਹ ਅੰਦਰ ਹੀ ਹੈ, ਇਹ ਅੰਦਰ ਹੀ ਵਸਦਾ ਹੈ। ਔਰ ਸ਼ਲੋਕ ਤੇ ਸਾਰੇ ਪ੍ਰਭੂ ਬੰਦਗੀ ਸਿਮਰਨ, ਪਹਿਲਾ ਸ਼ਲੋਕ ਹੀ ਸਿਮਰਨ ਤੇ ਹੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਕਿ ਪ੍ਰਭੂ ਦਾ ਨਾਮ ਤੂੰ ਕਰ। ਜਿਸ ਤਰ੍ਹਾਂ ਮੱਛੀ ਦੀ ਪ੍ਰੀਤ ਪਾਣੀ ਨਾਲ ਹੈ, ਗੁਰਸਿੱਖ ਦੀ ਪ੍ਰੀਤ ਬਾਣੀ ਨਾਲ ਹੋਏ। ਔਰ ਜੇ ਉਮਰ ਬੀਤ ਗਈ ਤੇ ਫਿਰ ਤੂੰ ਕਰੇਂਗਾ ਕੀ? ਬਿਰਧ ਪਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਕਿਉਂ ਨਹੀਂ ਤੂੰ ਜਪਦਾ? ਜਿਹਨੇ ਸਭ ਕੁਝ ਦਿੱਤਾ ਹੈ ਉਹਦਾ ਸ਼ੁਕਰਾਨਾ ਠੀਕ ਹੈ, ਤੇਰੇ ਤੋਂ ਨਹੀਂ ਸਿਮਰਨ ਹੁੰਦਾ, ਉਹਦਾ ਸ਼ੁਕਰਾਨਾ ਤੇ ਕਰ ਸਕਦਾ ਹੈ ਨਾ। ਕਿ ਤਨ ਧਨ ਸੰਪੈ ਸੁਖ ਦਿਓ, ਅਰਜਿਹ ਨੀਕੇ ਧਾਮ। ਜੇ ਘਰ ਦੇ ਅੰਦਰ ਵੜਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੁਕਰ ਕਰ। ਜੇ ਤਨ ਨੂੰ ਚੇਤੇ ਰੱਖਦਾ ਹੈ, ਥੈਂਕ ਯੂ ਕਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰੱਬ ਦਾ। ਜੇ ਧਨ ਤੂੰ ਮਾਣਦਾ ਹੈ, ਜੇ ਭੋਜਨ ਛਕਦਾ ਹੈ, ਤਨ ਧਨ ਸੰਪੈ, ਸੰਪਤੀ ਦੇਖਦਾ ਹੈ, ਸੁਖ ਦੇਖਦਾ ਹੈ, ਸੁਖ ਦਿਓ। ਅਰਜਿਹ ਨੀਕੇ ਧਾਮ, ਘਰਾਂ ਦੇ ਵਿੱਚ ਤੂੰ ਰਹਿਣਾ। ਕਹੋ ਨਾਨਕ ਸੁਨ ਰੇ ਮਨਾ, ਇਹ ਦੁਨੀਆ ਦੇ ਬੰਦੇ, ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਕਿਉਂ ਨਹੀਂ ਉਹਨੂੰ ਚੇਤੇ ਕਰਦਾ? ਇਹ ਸਿਮਰਨ ਹੈ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇ ਭਜ ਮਨਾ, ਭਉ ਨਿਦ ਉਤਰੈ ਪਾਰ। ਭਜਨ ਹੈ, ਭਜਨ ਹੈ ਉਹਦਾ ਸਿਮਰਨ। ਭੈ ਨਾਸ਼ਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਨਾਮ ਸਿਮਰਨ, ਉਹਦਾ ਆਰਾਧਨਾ, ਉਹਦੀ ਸਿਫਤ ਸਲਾਹ।
ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਉਹਦਾ ਜੀਵਨ ਸਫਲ ਹੈ। ਬਾਲ ਜਵਾਨੀ ਔਰ ਬਿਰਧ ਪੁਨ तीन अवस्था जान कहो नानक हर भजन बिन बिरथा सब ही मान। बचपन भी गया, जवानी भी गई ते बुढ़ेपा भी गया, सारी उम्र गई जे बंदिया तू सिमरन नहीं किया। और ये सब तो खूबसूरत एस्पैक्ट है गुरु ग्रंथ साहब जी की बाणी का। सोरठ राग का यह शब्द असी चेते करिए गुरु तेग बहादुर साहब जी का कि प्राणी कौन उपाओ करे जाते भगत राम की पावै जम को त्रास हरै। दुनिया दे तू सारे उपा कर ले, आ एक उपा होर कर लै, तू रब दा सिमरन कर लै, तेरा जीवन सफल हो जाएगा। जिन्हों आप सोदर च पढ़ते हैं, सरंजाम लाग भवजल तरन कै जन्म वृथा जात रंग माया कै। रहाओ जब तब संयम धर्म ना कमाया, सेवा साधना जानिया हर राया। कहो नानक हम नीच कर्मा शरण परे की राखो शर्मा। तू अपने आप ਨੂੰ ਸਮਰਪਿਤ ਕਰ ਪ੍ਰਭੂ ਦੇ ਚਰਨਾਂ ਦੇ ਵਿੱਚ, ਔਰ ਜੇ ਸਮਰਪਿਤ ਕਰੇਗਾ ਫਿਰ ਤੂੰ ਬਸੰਤ ਦੇ ਵਿੱਚ ਜਿਹੜਾ ਸਤਿਗੁਰੂ ਜੀ ਨੇ ਐਨ ਉਪਦੇਸ਼ ਆਖਿਆ ਨਾ, ਬਸੰਤ ਰਾਗ ਦੇ ਵਿੱਚ ਬਸੰਤ ਮਹੱਲਾ ਨਾਵਾਂ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਚੂਕਿਓ ਕਰ ਬੈਠੋ ਵਿਸਰਾਮ। ਫਿਰ ਤੇਰੇ ਅੰਦਰ ਇਹ ਅਵਸਥਾ ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ ਲੋਭ ਮੋਹ ਇਹ ਪਰਸ ਨਾ ਸਾਕੈ ਗਹੀ ਭਗਤ ਭਗਵਾਨ। ਜਿਹੜੇ ਜਿਨੇ ਏਕ ਭਗਤ ਭਗਵਾਨ ਜਿਨੇ ਹਿਰਦੇ ਵਿੱਚ ਪਕੜ ਲਈ ਉਹ ਜੀ ਗਿਆ। ਤੇ ਜੇ ਪ੍ਰਾਣੀ ਕੇ ਨਾਹੇ ਮਨ ਜਿਨੇ ਨਹੀਂ ਪਕੜੀ ਤੈਸੇ ਸੂਕਰ ਸਵਾਨ। ਉਹਦਾ ਜੀਵਨ ਕੁੱਤੇ ਦੀ ਤਰ੍ਹਾਂ ਤੇ ਸੂਅਰ ਦੀ ਤਰ੍ਹਾਂ, ਮਹਾਰਾਜ ਜੀ ਕਹਿੰਦੇ ਗੰਦਗੀ ਵਾਲਾ ਜਿਨੇ ਪ੍ਰਭੂ ਦੀ ਬੰਦਗੀ ਨਹੀਂ ਕੀਤੀ। ਔਰ ਸਤਿਗੁਰੂ ਜੀ ਦੇ ਇਹਨਾਂ ਸਾਰੇ ਸੰਗ੍ਰਹਿ ਦਾ ਜਿਹੜਾ ਸਾਰੰਸ਼ ਹੈ ਨਾ, ਉਹੀ ਹੈ ਕਿ ਰਾਮ ਨਾਮ ਉਰਮੈ ਗਇਓ ਜਾਕੇ ਸਮ ਨਹੀਂ ਕੋਏ। ਥੋੜਾ ਜਿਹਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦਾਂ ਤੋਂ ਬਾਅਦ ਸਲੋਕਾਂ ਵੱਲ ਥੋੜਾ ਜਿਹਾ ਆਈਏ। ਸਲੋਕ ਹੈ ਕੀ ਤੇ ਸਤਿਗੁਰੂ ਜੀ ਨੇ ਉਚਾਰੇ ਕਿਉਂ, ਇਹ ਤੇ ਕਿਹੜੇ ਵੇਲੇ ਉਚਾਰੇ। ਵੈਸੇ ਇਤਿਹਾਸਕਾਰ ਲਿਖਦੇ ਨੇ ਕਿ ਵੱਖ-ਵੱਖ ਥਾਂ ਤੇ ਉਚਾਰੇ ਗਏ ਨੇ ਸਤਿਗੁਰੂ ਜੀ ਦੇ ਸਲੋਕ। ਔਰ ਇਹਨਾਂ ਸਲੋਕਾਂ ਬਾਰੇ ਬਹੁਤ ਸਾਰੇ ਵਿਦਵਾਨ ਇਹ ਵੀ ਲਿਖਦੇ ਨੇ ਕਿ ਜਿਸ ਤਰ੍ਹਾਂ ਹਰ ਇੱਕ ਵੱਡੀ ਸ਼ਖਸੀਅਤ ਨੇ ਆਪਣੇ ਜੀਵਨ ਦੇ ਸਮਾਪਨ ਤੋਂ ਪਹਿਲਾਂ ਕੁਛ ਨਾ ਕੁਛ ਲਿਖਿਆ ਹੈ। ਭਾਵ ਲਿਖਣ ਤੋਂ ਭਾਵ ਕਿ ਆਪਣੇ ਬੱਚਿਆਂ ਨੂੰ, ਆਪਣੀ ਔਲਾਦ ਨੂੰ, ਆਉਣ ਵਾਲੀ ਪਨੀਰੀ ਨੂੰ ਕੁਛ ਉਹਨੇ ਉਪਦੇਸ਼ ਦਿੱਤਾ ਤੇ ਉਹਨੂੰ ਪੰਦਨਾਮੇ ਕਿਹਾ ਜਾਂਦਾ। ਔਰੰਗਜ਼ੇਬ ਦਾ ਪੰਦਨਾਮਾ ਮਿਲਦਾ ਜਿਹਨੂੰ ਇਹ ਕਾਮੇ ਆਲਮਗੀਰ ਨੇ ਟਰਾਂਸਲੇਟ ਕੀਤਾ, ਲਿਖਿਆ ਕਿ ਉਹਨੇ ਕਿਹਾ ਕਿ ਮੈਂ ਮੇਰੇ ਗੱਦੇ ਦੇ ਥੱਲੇ ਜੋ ਮੈਂ ਮਾਲਾ ਬਣਾਈ ਹੈ ਉਹਦੇ 4 ਰੁਪਏ ਪਏ ਨੇ, ਮੇਰਾ ਕਫਨ ਸਿਲਵਾ ਦਿਓ। ਔਰ ਜਿਹੜੀ ਮੈਂ ਕੁਰਾਨ ਪਾਕ ਆਪਣੇ ਹੱਥ ਤੋਂ ਲਿਖੀ ਹੈ 300 ਰੁਪਇਆ ਮੇਰੇ ਬਟੂਏ 'ਚ ਪਏ ਨੇ, ਉਹ ਗਰੀਬਾਂ 'ਚ ਦਾਨ ਕਰ। ਮਤਲਬ ਇਹ ਪੰਦਨਾਮਾ ਹੈ। ਔਰ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਨਾ ਸਿਰਫ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਲਈ ਬਲਕਿ ਕੁੱਲ ਜਹਾਨ ਨੂੰ ਸਤਿਗੁਰੂ ਜੀ ਨੇ ਆਪਣਾ ਪੁੱਤਰ ਮੰਨਿਆ। ਕੁੱਲ ਜਹਾਨ ਦੇ ਲੋਕਾਂ ਨੂੰ ਆਪਣੇ ਪੁੱਤਰ ਧੀ ਮੰਨਿਆ, ਇੰਨਾ ਪ੍ਰੇਮ ਦਿੱਤਾ। ਸਾਰੇ ਸੰਸਾਰ ਲਈ ਸਤਿਗੁਰੂ ਜੀ ਨੇ ਇੱਕ ਪੰਦਨਾਮਾ ਲਿਖਿਆ ਕਿ ਦੁਨੀਆ ਦੇ ਲੋਕੋ, ਸਰੀਰ ਨਾਸ਼ਵਾਨ ਹੈ, ਇਹ ਸਰੀਰ ਨਾਸ਼ ਹੋ ਰਿਹਾ ਤੇ ਨਾਸ਼ ਹੋਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਜਦ ਇਹ ਜੋਤ ਗੁਰੂ ਗੋਬਿੰਦ ਸਿੰਘ ਸਾਹਿਬ 'ਚ ਟਿਕਾਈ ਹੈ ਤੇ ਪੰਦਨਾਮਾ ਲਿਖ ਕੇ ਗਏ ਹੈ ਸਤਿਗੁਰੂ ਜੀ। ਆਹ ਸਲੋਕ ਸਾਰੇ ਪੰਦਨਾਮਾ ਹੈ, ਸਤਿਗੁਰੂ ਜੀ ਦਾ ਜੀਵਨ ਉਪਦੇਸ਼ ਹੈ। ਔਰ ਜੀਵਨ ਉਪਦੇਸ਼ ਇਹੀ ਹੈ ਕਿ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕੋਈ ਵਿਰਲਾ ਜਪਦਾ ਔਰ ਜਿਹੜਾ ਜਪ ਲੈਂਦਾ ਉਹਦੇ ਸਾਰੇ ਸੰਕਟ ਖਤਮ ਹੋ ਜਾਂਦੇ ਹੈ। ਜਿਹਨੇ ਆਪਣੇ ਮਨ ਨੂੰ ਮਾਣ ਰੂਪੀ ਤਿਆਗ ਕੇ ਨਾਮ ਨੂੰ ਵਸਾ ਲਿਆ, ਮਾਣ ਨਿਕਲੇਗਾ ਤੇ ਨਾਮ ਵਸੇਗਾ। ਫਿਰ ਰਾਮ ਨਾਮ ਉਰਮੈ ਗਇਓ ਜਾਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਜਿਹਦਾ ਸਿਮਰਨ ਕੀਤਿਆਂ ਸਾਰੇ ਦੁੱਖ, ਸਾਰੇ ਰੋਗ, ਸਾਰੇ ਸੰਕਟਾਂ ਦਾ ਨਾਸ਼ ਹੁੰਦਾ ਹੈ ਔਰ ਪਾਰਬ੍ਰਹਮ ਪਰਮੇਸ਼ਵਰ ਦੇ ਵਿੱਚ ਮਨ ਟਿਕਦਾ ਹੈ। ਇਹ ਸਤਿਗੁਰੂ ਜੀ ਦਾ ਬਾਣੀ ਦਾ ਉਪਦੇਸ਼ 59 ਸ਼ਬਦਾਂ ਦਾ ਔਰ 57 ਸਲੋਕਾਂ ਦਾ ਸਤਿਗੁਰੂ ਜੀ ਨੇ ਇਹ ਜਿਹੜਾ ਗੁਲਦਸਤਾ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਪੇਸ਼ ਕੀਤਾ, ਇਹ ਬਹੁਤ ਖੂਬਸੂਰਤ ਹੈ।
ਜੇ ਬਸੰਤ ਰਾਗ ਹੈ ਤੇ ਸਤਿਗੁਰੂ ਜੀ ਨੇ ਬਸੰਤ ਦੀ ਕੋਮਲਤਾ ਨਹੀਂ ਲਈ, ਹਿੰਡੋਲ ਦਾ ਤਿੱਖਾਪਨ ਵੀ ਲੈ ਲਿਆ। ਔਰ ਜੈਜਾਵੰਤੀ ਰਾਗ ਜਿਹੜਾ ਹੈ ਬੜਾ ਖੂਬਸੂਰਤ ਹੈ। ਸਿਰਫ ਮੈਂ 2 ਮਿੰਟ 'ਚ ਆਪ ਸੰਗਤਾਂ ਤੋਂ ਖਿਮਾ ਦਾ ਜਾਚਕ ਘੁਮਾਂਗਾ। 30 ਰਾਗਾਂ ਤੱਕ ਗੁਰੂ ਅਰਜੁਨ ਸਾਹਿਬ ਤੱਕ ਹੈ। ਸ੍ਰੀ ਰਾਗ ਤੋਂ ਪ੍ਰਭਾਤੀ। ਸ੍ਰੀ ਰਾਗ ਰਾਤ ਦਾ ਰਾਗ ਹੈ ਕਿ ਸਾਡੇ ਜੀਵਨ ਦੇ ਵਿੱਚ ਦੁੱਖਾਂ ਦੀ ਰਾਤ ਹੈ, ਹਨੇਰੀ ਰਾਤ ਹੈ। ਔਰ ਜੇ ਅਸੀਂ ਇਸ ਬਾਣੀ ਦੇ ਸੱਚ ਨੂੰ ਵਿਚਾਰਦੇ ਹਾਂ ਤੇ ਪ੍ਰਭਾਤੀ ਸਾਡੇ ਜੀਵਨ 'ਚ ਸਵੇਰ ਹੁੰਦੀ ਹੈ ਗਿਆਨ ਦੀ। ਗੁਰੂ ਹਨੇਰੇ ਤੋਂ ਚਾਨਣ ਤੱਕ ਲੈ ਕੇ ਜਾਂਦਾ। ਦੇਵ ਹੈ, ਗੁਰ ਜੈਸਾ ਨਾਹੀ ਕੋ ਦੇਵ, ਮਹਾਪ੍ਰਕਾਸ਼। ਤੇ ਜੈਜਵੰਤੀ ਰਾਗ ਇਹ ਰਾਜਸਥਾਨੀ ਰਾਗ ਹੈ, ਮਾਰਵਾੜਿਆਂ ਦਾ, ਰਾਜਪੂਤਾਂ ਦਾ ਰਾਗ ਹੈ। ਇਹ ਰਾਗ ਤਾਂ ਪੜਿਆ ਜਾਂਦਾ ਸੀ, ਤਾਂ ਗਾਵਿਆ ਜਾਂਦਾ ਸੀ ਜਿਸ ਵੇਲੇ ਕੋਈ ਰਾਜਪੂਤ ਜੰਗੇ ਮੈਦਾਨ 'ਚ ਜਾਣ ਲੱਗਦਾ ਸੀ। ਭਾਵ ਜਾਣ ਲੱਗਿਆ ਉਹਨੂੰ ਇਹ ਕਿਹਾ ਜਾਂਦਾ ਸੀ ਕਿ ਪਿੰਡ ਦੇ ਬਾਹਰ ਉਹਨੂੰ ਸਾਰੇ ਛੱਡਣ ਆਉਂਦੇ ਸੀ ਰਾਜਪੂਤ। ਉਹਨਾਂ ਦੀ ਇਹ ਇਸ ਤਰ੍ਹਾਂ ਦੀ ਰੀਤ ਹੈ ਕਿ ਉਹ ਉਹਨਾਂ ਨੂੰ ਸਾਰੇ ਛੱਡਣ ਆਉਂਦੇ ਸੀ ਬਾਹਰ, ਪਿੰਡ ਤੋਂ ਬਾਹਰ। ਤੇ ਪਿੰਡ ਤੋਂ ਬਾਹਰ ਸਾਰੇ ਜਦ ਛੱਡਣ ਆਉਂਦੇ ਸੀ ਉਹ ਕਹਿੰਦੇ ਸੀ ਕਿ ਭਾਈ ਅੱਜ ਤੂੰ ਇੱਥੇ ਰਣ ਤੱਤੇ ਵਿੱਚ ਜਾ ਰਿਹਾ, ਤੂੰ ਪਿੱਠ ਦਿਖਾ ਕੇ ਵਾਪਸ ਨਹੀਂ ਆਉਣਾ। ਜਾਂ ਤਾਂ ਤੂੰ ਜਿੱਤ ਕੇ ਆਏ ਤੇ ਨਹੀਂ ਤੇ ਤੂੰ ਮਰਿਆ ਹੋਇਆ ਆਏ। ਤੇ ਜਿਸ ਵੇਲੇ ਉਹ ਰਾਜਪੂਤ ਜੰਗ ਜਿੱਤ ਕੇ ਆਉਂਦਾ ਸੀ ਜਾਂ ਉਹਦੀ ਲਾਸ਼ ਆਉਂਦੀ ਸੀ ਤੇ ਇਹ ਜੈਜਵੰਤੀ ਰਾਗ ਆਇਆ ਜਾਂਦਾ ਸੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਰ ਇਹ ਰਾਗ ਸਭ ਤੋਂ ਆਖਰੀ 'ਚ ਇਸ ਲਈ ਪਾਇਆ ਹੈ ਕਿ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਬੰਦਿਆ, ਜਿਹੜਾ ਤੇਰਾ ਜੀਵਨ ਹੈ ਉਹ ਸੱਚੇ ਮੁੱਚੇ ਜਦ ਤੂੰ ਸ੍ਰੀ ਰਾਗ ਤੋਂ ਆਪਣਾ ਜੀਵਨ ਸਫ਼ਰ ਕਰੇ, ਹਨੇਰੀ ਰਾਤ ਤੋਂ ਤੂੰ ਪ੍ਰਭਾਤੀ ਤੱਕ ਪਹੁੰਚੇ ਗੁਰੂ ਦੇ ਚਾਨਣ ਨੂੰ ਲੈ ਕੇ। ਜਦ ਤੂੰ ਪ੍ਰਭਾਤੀ ਰਾਗ ਤੱਕ ਪਹੁੰਚ ਜਾਏਗਾ, ਇਸ ਸਫ਼ਰ ਨੂੰ ਤੂੰ ਆਪਣੇ ਜੀਵਨ 'ਚ ਕਮਾ ਲੇਗਾ, ਫਿਰ ਸੱਚੀ ਮੁੱਚੀ ਸਾਰੀ ਕਾਇਨਾਤ ਤੇਰੇ ਲਈ ਜੈਜਵੰਤੀ ਗਾਏਗੀ। ਤੂੰ ਜਿੱਤ ਦਾ ਲਖਾਇਕ ਹੋਏਗਾ। ਤੂੰ ਆਪਣੇ ਜਨਮ ਨੂੰ ਜਿੱਤ ਕੇ ਤੂੰ ਸਫਲ ਬਣਾਇਆ। ਇਹ ਤੇਰੇ ਜੀਵਨ ਦਾ ਸੱਚ ਹੋਏਗਾ। ਸੋ ਇਹੀ ਸਤਿਗੁਰੂ ਜੀ ਦੇ 4 ਸ਼ਬਦ ਜੈਜਵੰਤੀ ਦੇ ਵਿੱਚ, ਜਿਹਦੇ ਵਿੱਚ ਪ੍ਰਭੂ ਦੇ ਸਿਮਰਨ ਦੇ ਉੱਤੇ ਹੈ, ਰਾਮ ਸਿਮਰ ਪ੍ਰਭੂ ਦੇ ਸਿਮਰਨ। ਤੇ ਫਿਰ ਇਹ ਅੰਤ ਦੇ ਵਿੱਚ ਇਹ ਆਖਿਆ ਕਿ ਬੀਤ ਜਹ ਜਨਮ ਆਕਾਜ ਰੇ। ਤੂੰ ਪ੍ਰਭੂ ਦੇ ਨਾਮ ਨੂੰ ਜਪ, ਨਹੀਂ ਤੇ ਤੇਰਾ ਜਨਮ ਵਿਅਰਥ ਜਾਏਗਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।